औरत बिल्कुल मेरे अखां दे सामने खड़ी सी। मैं इन्ना ज़्यादा हैरान सी कि मैं दस नहीं सकदा, क्योंकि उसने मैनू अजी गल दसी सी जो सच नहीं हो सकदी सी। उस औरत दे नाल मेरे संबंध रहे सन, पर उसने अज मैनू हैरान कर दिता। मैनू समझ नहीं आ रहा सी कि मैं की जवाब देवां जां किवें इस स्थिति दे विचों निकलां। मैं उत्थों निकल गया, पर जदों मैं अपने घर पहुंचा तां सामने दा नज़ारा देख के हैरान रह गया, क्योंकि जिस स्थिति दे विचों मैं भज के आया सी ਉਹ ਇੱਥੇ ਵੀ ਮੌਜੂਦ ਸੀ। ਮੇਰਾ ਨਾਮ ਸੋਨੂ ਹੈ। ਮੈਂ ਆਪਣੇ ਮਾਤਾ ਪਿਤਾ ਦਾ ਕੱਲਾ ਲੜਕਾ ਸੀ। ਸ਼ਕਲ ਸੂਰਤ ਤੋਂ ਬਹੁਤ ਜ਼ਿਆਦਾ ਖੂਬਸੂਰਤ ਸੀ। ਇੰਨਾ ਖੂਬਸੂਰਤ ਮਰਦ ਕਿ ਜਿਸ ਨੂੰ ਦੇਖ ਕੇ ਹਰ ਕੋਈ ਇਹੀ ਕਹੇ ਕਿ ਕੀ ਕੋਈ ਮਰਦ ਇੰਨਾ ਵੀ ਖੂਬਸੂਰਤ ਹੋ ਸਕਦਾ ਹੈ। ਜਦੋਂ ਮੈਂ ਪੈਦਾ ਹੋਇਆ ਤਾਂ ਸਾਰੇ ਲੋਕ ਹੈਰਾਨ ਸਨ ਕਿ ਕਿੰਨਾ ਪਿਆਰਾ ਬੇਟਾ ਪੈਦਾ ਹੋਇਆ ਹੈ। ਲੋਕ ਮੈਨੂੰ ਦੇਖਣ ਦੇ ਲਈ ਦੂਰ ਦੂਰ ਤੋਂ ਆਉਂਦੇ ਸਨ। ਮੇਰੀ ਮਾਂ ਪੂਰਾ ਦਿਨ ਮੇਰੀ ਨਜ਼ਰ ਉਤਾਰਦੀ ਰਹਿੰਦੀ ਸੀ, ਇਹ ਕਹਿ ਕੇ ਕਿ ਕਿਤੇ ਨਜ਼ਰ ਨਾ ਲੱਗ ਜਾਵੇ, ਅਤੇ ਮੈਨੂੰ ਨਜ਼ਰ ਲੱਗਦੀ ਵੀ ਬਹੁਤ ਸੀ। ਸਭ ਕਹਿੰਦੇ ਸਨ ਕਿ ਜਿਸ ਲੜਕੀ ਦੇ ਨਾਲ ਇਸ ਦਾ ਵਿਆਹ ਹੋਵੇਗਾ। ਮੇਰੀ ਮਾਂ ਇੱਕ ਬਹੁਤ ਹੀ ਚੰਗੀ ਇਨਸਾਨ ਸੀ। ਉਹਨਾਂ ਨੇ ਮੈਨੂੰ ਹਮੇਸ਼ਾ ਇਹੀ ਸਿਖਾਇਆ ਸੀ ਕਿ ਖੂਬਸੂਰਤੀ ਪਰਮਾਤਮਾ ਦੇ ਵੱਲੋਂ ਹੁੰਦੀ ਹੈ। ਉਸ ਦਾ ਜ਼ਿਆਦਾ ਮਾਣ ਨਹੀਂ ਕਰਦੇ, ਜਿਸ ਨੇ ਦਿੱਤੀ ਹੈ ਉਹ ਲੈ ਵੀ ਲੈਂਦਾ ਹੈ। ਪਰ ਮੈਨੂੰ ਆਪਣੀ ਖੂਬਸੂਰਤੀ ਦੇ ਬਹੁਤ ਘਮੰਡ ਸੀ। ਮੈਂ ਆਪਣੇ ਆਪ ਨੂੰ ਬਹੁਤ ਵੱਡੀ ਚੀਜ਼ ਸਮਝਦਾ ਸੀ, ਜਦੋਂ ਕਿ ਸਾਡੇ ਘਰ ਦੇ ਹਾਲਾਤ ਬਹੁਤ ਚੰਗੇ ਨਹੀਂ ਸਨ। ਅਸੀਂ ਨਾਰਮਲ ਜਿਹੇ ਲੋਕ ਸੀ, ਇਸ ਤਰ੍ਹਾਂ ਕਹੋ ਕਿ ਮਿਡਲ ਕਲਾਸ ਤੋਂ ਵੀ ਥੋੜੇ ਘੱਟ ਹੀ ਸੀ। ਮੇਰੇ ਪਾਪਾ ਇਸ ਦੁਨੀਆ ਦੇ ਵਿੱਚ ਨਹੀਂ ਸਨ। ਮੇਰੀ ਮਾਂ ਨੂੰ ਪਤਾ ਸੀ ਕਿ ਉਹਨਾਂ ਦੇ ਕੋਲ ਇੱਕ ਹੀ ਬੇਟਾ ਹੈ ਅਤੇ ਉਹ ਮੈਂ ਸੀ। ਉਹ ਮੇਰਾ ਵਿਆਹ ਕਿਸੇ ਅਮੀਰ ਲੜਕੀ ਦੇ ਨਾਲ ਕਰਵਾਉਣਾ ਚਾਹੁੰਦੀ ਸੀ, ਅਤੇ ਮੇਰੀ ਖੂਬਸੂਰਤੀ ਨੂੰ ਦੇਖ ਕੇ ਕੋਈ ਵੀ ਲੜਕੀ ਮੇਰੇ ਨਾਲ ਵਿਆਹ ਕਰਨ ਦੇ ਲਈ ਤਿਆਰ ਹੋ ਸਕਦੀ ਸੀ, ਜਾਂ ਇਸ ਤਰ੍ਹਾਂ ਸਮਝੋ ਕਿ ਮੋਟਾ ਦਹੇਜ ਦੇਣ ਦੇ ਲਈ ਤਿਆਰ ਹੋ ਜਾਂਦੀ, ਕਿਉਂਕਿ ਸਾਡੇ ਦੇਸ਼ ਵਿੱਚ ਤਾਂ ਇਹ ਸਭ ਕੁਝ ਨਾਰਮਲ ਹੈ। ਜੇਕਰ ਮੇਰੇ ਬਦਲੇ ਕੁਝ ਵੀ ਮੰਗਿਆ ਜਾਂਦਾ ਤਾਂ ਉਹ ਮਿਲ ਜਾਂਦਾ। ਕੋਈ ਵੀ ਲੜਕੀ ਇਹ ਵੀ ਨਾ ਸੋਚਦੀ ਕਿ ਮੈਂ ਉਸ ਤੋਂ ਘੱਟ ਪੜ੍ਹਿਆ ਲਿਖਿਆ ਹਾਂ। ਇਸ ਕਰਕੇ ਮੇਰੀ ਮਾਂ ਮੇਰੇ ਲਈ ਹਮੇਸ਼ਾ ਰਿਸ਼ਤੇ ਭਾਲਦੀ ਰਹਿੰਦੀ ਸੀ। ਪਰ ਮੈਨੂੰ ਆਪਣੀ ਖੂਬਸੂਰਤੀ ਤੇ ਇੰਨਾ ਘਮੰਡ ਸੀ ਕਿ ਮੈਂ ਬਹੁਤ ਜ਼ਿਆਦਾ ਵਿਗੜ ਚੁੱਕਿਆ ਸੀ। ਇੱਕ ਲੜਕੀ ਮੇਰੇ ਨਾਲ ਸਕੂਲ ਦੇ ਵਿੱਚ ਪੜ੍ਹਦੀ ਸੀ, ਉਸਦਾ ਨਾਮ ਕਿਰਨ ਸੀ। ਉਹ ਲੜਕੀ ਮੇਰੇ ਲਈ ਪਾਗਲ ਸੀ ਅਤੇ ਪੂਰੇ ਸਕੂਲ ਨੂੰ ਇਹ ਗੱਲ ਪਤਾ ਸੀ। ਸਾਰੇ ਕਹਿੰਦੇ ਸਨ ਕਿ ਇਸ ਦੀ ਗੱਲ ਮੰਨ ਲਓ, ਜੇਕਰ ਤੁਸੀਂ ਇਸ ਨੂੰ ਹਾਂ ਨਾ ਕੀਤੀ ਤਾਂ ਇਹ ਆਤਮ ਹੱਤਿਆ ਕਰ ਲਵੇਗੀ। ਉਹ ਜਦੋਂ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ, ਮੇਰੇ ਨਾਲ ਬੈਠਣ ਦੀ ਕੋਸ਼ਿਸ਼ ਕਰਦੀ, ਮੈਨੂੰ ਲੈਟਰ ਲਿਖਦੀ ਅਤੇ ਮੇਰੇ ਅੱਗੇ ਪਿੱਛੇ ਰਹਿੰਦੀ ਸੀ, ਤਾਂ ਮੈਨੂੰ ਉਸਦੀ ਇਹ ਤੜਫ ਬਹੁਤ ਚੰਗੀ ਲੱਗਦੀ ਸੀ। ਮੈਨੂੰ ਲੱਗਦਾ ਸੀ ਕਿ ਮੈਂ ਬਹੁਤ ਖਾਸ ਚੀਜ਼ ਹਾਂ, ਮੈਂ ਕੋਈ ਹੀਰੋ ਹਾਂ ਜਿਸ ਦੇ ਪਿੱਛੇ ਲੜਕੀਆਂ ਪਾਗਲ ਹਨ। ਉਹ ਸਾਰੀਆਂ ਲੜਕੀਆਂ ਦੇ ਸਾਹਮਣੇ ਮੇਰੀ ਤਾਰੀਫ ਕਰਦੀ ਸੀ, ਕਹਿੰਦੀ ਸੀ ਕਿ ਮੈਂ ਤਾਂ ਸੋਨੂ ਦੇ ਨਾਲ ਹੀ ਵਿਆਹ ਕਰਨਾ ਹੈ ਅਤੇ ਉਸ ਦੇ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਇੱਕ ਦਿਨ ਉਹ ਕਿਸੇ ਲੜਕੀ ਨਾਲ ਮੇਰੇ ਲਈ ਲੜ ਰਹੀ ਸੀ ਕਿ ਤੂੰ ਕੌਣ ਹੁੰਦੀ ਹੈ ਉਸਦੇ ਬਾਰੇ ਗੱਲ ਕਰਨ ਵਾਲੀ। ਉਹ ਮੇਰਾ ਹੈ ਅਤੇ ਮੈਂ ਉਸਨੂੰ ਆਪਣਾ ਬਣਾ ਕੇ ਰਹਾਂਗੀ। ਜਦੋਂ ਤੁਸੀਂ ਆਪਣੇ ਲਈ ਲੜਕੀਆਂ ਨੂੰ ਆਪਸ ਦੇ ਵਿੱਚ ਲੜਦੇ ਝਗੜਦੇ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਅਜੀਬ ਜਿਹਾ ਲੱਗਦਾ ਹੈ, ਬਹੁਤ ਖੁਸ਼ੀ ਹੁੰਦੀ ਹੈ। ਮੇਰੀ ਮਾਂ ਕਿਸੇ ਚੰਗੀ ਥਾਂ ਤੇ ਮੇਰਾ ਰਿਸ਼ਤਾ ਕਰਵਾ ਕੇ ਪੈਸੇ ਕਮਾਉਣਾ ਚਾਹੁੰਦੀ ਸੀ, ਪਰ ਉਹਨਾਂ ਨੇ ਮੈਨੂੰ ਕਦੇ ਬੁਰਾ ਆਦਮੀ ਬਣਨ ਦੇ ਲਈ ਨਹੀਂ ਕਿਹਾ, ਜਾਂ ਫਿਰ ਸ਼ਾਇਦ ਇਹ ਮੇਰੀ ਸੁੰਦਰਤਾ ਹੀ ਸੀ ਕਿ ਜਿਸ ਦੇ ਕਾਰਨ ਮੈਂ ਇੱਕ ਬੁਰਾ ਆਦਮੀ ਬਣ ਹੀ ਗਿਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਰੇ ਬੁਰੇ ਕੰਮ ਕਦੋਂ ਮੇਰੇ ਨਾਲ ਜੁੜ ਗਏ ਅਤੇ ਮੇਰੀ ਪਰਸਨੈਲਿਟੀ ਦਾ ਹਿੱਸਾ ਬਣ ਗਏ। ਮੇਰੇ ਲਈ ਉਹ ਸਭ ਕੁਝ ਨਾਰਮਲ ਹੋ ਗਿਆ ਜੋ ਲੋਕਾਂ ਦੇ ਲਈ ਕਿਸੇ ਪਾਪ ਤੋਂ ਘੱਟ ਨਹੀਂ ਹੁੰਦਾ। ਅਤੇ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਅਜੇ ਬਹੁਤ ਸਾਰੇ ਕੰਮ ਕਰਦਾ ਸੀ ਜੋ ਮੈਨੂੰ ਨਹੀਂ ਕਰਨੇ ਚਾਹੀਦੇ ਸੀ। ਮੈਂ ਸਿਗਰਟ ਵੀ ਪੀਂਦਾ ਸੀ। ਮੇਰੇ ਦੋਸਤ ਵੀ ਸਾਰੇ ਬਦਮਾਸ਼ ਸਨ। ਉਹਨਾਂ ਦੇ ਨਾਲ ਰਹਿੰਦੇ ਰਹਿੰਦੇ ਮੈਨੂੰ ਇਹ ਆਦਤ ਪੈ ਗਈ ਕਿ ਮੈਂ ਸਲੋਨੀ ਨਾਮ ਦੀ ਕੋਠੇ ਵਾਲੀ ਕੋਲ ਜਾਣਾ ਸ਼ੁਰੂ ਕਰ ਦਿੱਤਾ। ਇਹ ਕੋਠੇ ਵਾਲੀ ਲੜਕੀ ਬਹੁਤ ਹੀ ਖੂਬਸੂਰਤ ਸੀ। ਉਸ ਦੇ ਚਰਚੇ ਦੂਰ ਦੂਰ ਤੱਕ ਸਨ, ਕਿਉਂਕਿ ਉਸ ਦੀ ਉਮਰ ਵੀ ਘੱਟ ਸੀ। ਉਹ ਖੂਬਸੂਰਤੀ ਦੇ ਵਿੱਚ ਇੱਕ ਉਦਾਹਰਨ ਸੀ। ਲੋਕਾਂ ਦੇ ਮੂੰਹੋਂ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਸੁਣ ਸੁਣ ਕੇ ਮੈਂ ਵੀ ਹੈਰਾਨ ਹੋ ਗਿਆ ਸੀ। ਮੈਂ ਕਿਹਾ ਮੈਂ ਵੀ ਤਾਂ ਦੇਖਾਂ ਕਿ ਉਹ ਕਿਸ ਤਰ੍ਹਾਂ ਦੀ ਲੱਗਦੀ ਹੈ। ਵੈਸੇ ਤਾਂ ਲੋਕ ਕਹਿੰਦੇ ਸਨ ਕਿ ਮੈਂ ਬਹੁਤ ਸੁੰਦਰ ਹਾਂ, ਅਤੇ ਇਸ ਔਰਤ ਦੇ ਬਾਰੇ ਵੀ ਇਹੀ ਗੱਲ ਮਸ਼ਹੂਰ ਸੀ। ਮੈਂ ਵੀ ਉਸ ਨੂੰ ਦੇਖਣਾ ਚਾਹੁੰਦਾ ਸੀ ਅਤੇ ਉਤਸੁਕਤਾ ਦੇ ਵਿੱਚ ਆ ਕੇ ਉੱਥੇ ਚਲਾ ਗਿਆ ਸੀ। ਪਰ ਫਿਰ ਪਤਾ ਲੱਗਿਆ ਕਿ ਉਸਦੇ ਕੋਠੇ ਦਾ ਇੱਕ ਖਾਸ ਅਸੂਲ ਹੈ। ਇੱਥੇ ਉਹ ਆਦਮੀ ਨਹੀਂ ਆ ਸਕਦਾ ਜੋ ਜ਼ਿਆਦਾ ਪੈਸੇ ਦਿੰਦਾ ਹੈ, ਜਦੋਂ ਕਿ ਕੋਠਿਆਂ ਤੇ ਤਾਂ ਇਸ ਤਰ੍ਹਾਂ ਹੀ ਹੁੰਦਾ ਹੈ, ਜੋ ਜਿੰਨੇ ਪੈਸੇ ਦਿੰਦਾ ਹੈ ਉਸ ਨੂੰ ਓਨੀ ਇੱਜ਼ਤ ਮਿਲਦੀ ਹੈ। ਪਰ ਇੱਥੇ ਗੱਲ ਕੁਝ ਅਲੱਗ ਸੀ ਕਿ ਜੇਕਰ ਸਲੋਨੀ ਨੂੰ ਕੋਈ ਪਸੰਦ
ਆਂਦਾ ਜਾਂਦਾ ਤਾਂ ਫਿਰ ਸੜਕ ਤੇ ਉਹ ਕੰਮ ਕਰਨ ਵਾਲਾ ਜਮਾਂਦਾਰ ਹੀ ਕਿਉਂ ਨਾ ਹੋਵੇ। ਉਹ ਉਸਦੇ ਲਈ ਡਾਂਸ ਕਰਦੀ ਸੀ। ਜੇਕਰ ਉਸ ਨੂੰ ਕਿਸੇ ਦੀ ਸ਼ਕਲ ਜਾਂ ਗੱਲਾਂ ਚੰਗੀਆਂ ਨਾ ਲੱਗਦੀਆਂ ਤਾਂ ਫਿਰ ਉਹ ਕਿਤੋਂ ਦਾ ਨਵਾਬ ਵੀ ਕਿਉਂ ਨਾ ਹੋਵੇ, ਉਹ ਉਸਨੂੰ ਆਪਣੇ ਕੋਠੇ ਦੇ ਵਿੱਚ ਪੈਰ ਨਹੀਂ ਧਰਨ ਦਿੰਦੀ ਸੀ। ਮੇਰੇ ਅਜੇ ਬਹੁਤ ਸਾਰੇ ਦੋਸਤ ਸਨ ਜੋ ਕਹਿੰਦੇ ਸਨ ਕਿ ਅਸੀਂ ਉੱਥੇ ਜਾਣਾ ਤਾਂ ਚਾਹੁੰਦੇ ਹਾਂ ਪਰ ਸਾਨੂੰ ਉੱਥੇ ਐਂਟਰੀ ਨਹੀਂ ਮਿਲਦੀ, ਪਰ ਜੇਕਰ ਤੂੰ ਉੱਥੇ ਜਾਵੇਂਗਾ ਤਾਂ ਉਹ ਤੁਹਾਨੂੰ ਦੇਖ ਕੇ ਹੀ ਪਾਗਲ ਹੋ ਜਾਵੇਗੀ ਅਤੇ ਤੇਰੀ ਗੱਲ ਉਸ ਸਮੇਂ ਹੀ ਮੰਨ ਲਵੇਗੀ। ਅਤੇ ਉਹ ਸਾਰਿਆਂ ਨੂੰ ਸਮਾਂ ਨਹੀਂ ਦਿੰਦੀ ਸੀ। ਉਸਦੇ ਕੁਝ ਖਾਸ ਗਾਹਕ ਸਨ ਜੋ ਉਸਦਾ ਗਾਣਾ ਸੁਣਨ ਦੇ ਲਈ ਆਉਂਦੇ ਸਨ। ਕਹਿੰਦੇ ਹਨ ਕਿ ਉਹ ਪੈਸਿਆਂ ਦੀ ਵੀ ਫਿਕਰ ਨਹੀਂ ਕਰਦੀ। ਜੇਕਰ ਉਸ ਨੂੰ ਕਿਸੇ ਦਾ ਵਿਵਹਾਰ ਚੰਗਾ ਨਹੀਂ ਲੱਗਦਾ ਤਾਂ ਉਹ ਉਸਨੂੰ ਆਪਣੇ ਕੋਠੇ ਦੇ ਵਿੱਚੋਂ ਬਾਹਰ ਕੱਢ ਦਿੰਦੀ ਸੀ। ਬਹੁਤ ਹੀ ਅਜੀਬ ਕਿਸਮ ਦੀ ਔਰਤ ਸੀ। ਕਹਿੰਦੇ ਹਨ ਕਿ ਉਹ ਇਹ ਕੰਮ ਨਹੀਂ ਕਰਨਾ ਚਾਹੁੰਦੀ ਸੀ ਪਰ ਉਸ ਦੀ ਮਾਂ ਇੱਕ ਕੋਠੇ ਵਾਲੀ ਸੀ, ਪਰ ਫਿਰ ਵੀ ਉਸਨੇ ਆਪਣੀ ਬੇਟੀ ਨੂੰ ਕੋਠੇ ਦੇ ਵਿੱਚੋਂ ਬਾਹਰ ਭੇਜ ਦਿੱਤਾ ਸਿਰਫ ਇਸ ਲਈ ਕਿ ਉਹ ਇਹ ਕੰਮ ਨਾ ਕਰ ਸਕੇ। ਪਰ ਜਿਸ ਬੰਦੇ ਦੇ ਨਾਲ ਉਹ ਵਿਆਹ ਕਰਕੇ ਗਈ ਸੀ ਉਸ ਨੇ ਦੁਬਾਰਾ ਉਸ ਨੂੰ ਉਸੇ ਕੋਠੇ ਤੇ ਬਿਠਾ ਦਿੱਤਾ ਸੀ। ਸਲੋਨੀ ਇਹ ਕੰਮ ਨਹੀਂ ਕਰਨਾ ਚਾਹੁੰਦੀ ਸੀ ਪਰ ਉਹ ਅੱਕ ਚੁੱਕੀ ਸੀ ਅਤੇ ਉਸ ਨੂੰ ਹਾਲਾਤਾਂ ਨੇ ਮਜਬੂਰ ਕਰ ਦਿੱਤਾ ਸੀ। ਉਸ ਦੀ ਮਾਂ ਵੀ ਇਸ ਦੁਨੀਆ ਦੇ ਵਿੱਚੋਂ ਜਾ ਚੁੱਕੀ ਸੀ, ਇਸ ਕਰਕੇ ਉਹ ਦੁਬਾਰਾ ਤੋਂ ਇਸ ਕੰਮ ਦੇ ਵਿੱਚ ਆ ਗਈ। ਸੁਣਿਆ ਸੀ ਕਿ ਸਲੋਨੀ ਨੇ ਹੀ ਆਪਣੇ ਪਤੀ ਦੀ ਜਾਨ ਲੈ ਲਈ ਸੀ, ਪਰ ਕੁਝ ਲੋਕ ਕਹਿੰਦੇ ਸਨ ਕਿ ਇਹ ਝੂਠ ਹੈ। ਜਦੋਂ ਕਹਾਣੀ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਪਹੁੰਚਦੀ ਹੈ ਤਾਂ ਉਹ ਇਸ ਦੇ ਵਿੱਚ ਆਪਣਾ ਕੁਝ ਨਾ ਕੁਝ ਜੋੜ ਦਿੰਦਾ ਹੈ। ਸ਼ਾਇਦ ਇਸ ਕਹਾਣੀ ਨੂੰ ਵੀ ਇਸੇ ਤਰ੍ਹਾਂ ਹੀ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ, ਪਰ ਇਹ ਕਹਾਣੀ ਹੀ ਲੋਕਾਂ ਨੂੰ ਸਲੋਨੀ ਤੱਕ ਲੈ ਕੇ ਆਉਂਦੀ ਸੀ। ਲੋਕ ਪਹਿਲਾਂ ਉਸ ਦੀ ਕਹਾਣੀ ਸੁਣਦੇ ਅਤੇ ਫਿਰ ਉਸ ਦੇ ਨਾਲ ਮਿਲਣਾ ਚਾਹੁੰਦੇ ਸਨ ਅਤੇ ਉਹ ਇੰਨੀ ਖੂਬਸੂਰਤ ਸੀ ਤੇ ਉਸ ਨੂੰ ਦੇਖ ਕੇ ਲੋਕ ਉਸ ਦੀ ਖੂਬਸੂਰਤੀ ਦੇ ਵਿੱਚ ਹੀ ਗਵਾਚ ਜਾਂਦੇ ਸਨ। ਮੈਂ ਵੀ ਇਹ ਕਹਾਣੀ ਸੁਣੀ ਸੀ ਅਤੇ ਮੈਂ ਇਹੀ ਕਹਾਂਗਾ ਕਿ ਇਹ ਕਹਾਣੀ ਸਲੋਨੀ ਦੀ ਤਰ੍ਹਾਂ ਬਹੁਤ ਹੀ ਅਜੀਬ ਸੀ। ਇਹੀ ਕਹਾਣੀ ਸੁਣ ਕੇ ਮੈਂ ਵੀ ਉਸ ਦੇ ਵੱਲ ਖਿੱਚਦਾ ਚਲਾ ਗਿਆ ਸੀ। ਉਹ ਹਰ ਕਿਸੇ ਨੂੰ ਆਪਣੇ ਕੋਲ ਬੈਠਣ ਨਹੀਂ ਦਿੰਦੀ ਸੀ, ਆਪਣੇ ਪੈਰਾਂ ਦੇ ਕੋਲ ਵੀ ਨਹੀਂ ਆਉਣ ਦਿੰਦੀ ਸੀ। ਮੈਂ ਵੀ ਥੋੜਾ ਪਰੇਸ਼ਾਨ ਸੀ। ਮੇਰੇ ਦੋਸਤਾਂ ਨੇ ਮੇਰੇ ਨਾਲ ਸ਼ਰਤ ਲਗਾਈ ਸੀ ਕਿ ਤੈਨੂੰ ਤਾਂ ਐਂਟਰੀ ਮਿਲ ਹੀ ਜਾਵੇਗੀ, ਸ਼ਾਇਦ ਤੇਰੇ ਨਾਲ ਅਸੀਂ ਵੀ ਅੰਦਰ ਚਲੇ ਜਾਈਏ। ਪਰ ਹੁਣ ਮੈਨੂੰ ਲੱਗ ਰਿਹਾ ਸੀ ਕਿ ਕਿਤੇ ਉਹ ਔਰਤ ਵਾਕਿਆ ਹੀ ਪਾਗਲ ਤਾਂ ਨਹੀਂ, ਸੱਚਮੁੱਚ ਉਸਨੇ ਆਪਣੇ ਪਤੀ ਦੀ ਜਾਨ ਲਈ ਹੋਵੇ। ਇਸ ਕਰਕੇ ਹੀ ਉਹ ਇਸ ਕੰਮ ਦੇ ਵਿੱਚ ਹੈ ਅਤੇ ਮੈਨੂੰ ਦੇਖ ਕੇ ਗੁੱਸੇ ਦੇ ਵਿੱਚ ਆ ਕੇ ਮਨਾ ਕਰ ਦੇਵੇ ਤਾਂ ਅੱਜ ਮੇਰੇ ਦੋਸਤਾਂ ਦੇ ਸਾਹਮਣੇ ਬੇਇੱਜ਼ਤੀ ਹੋ ਜਾਵੇਗੀ। ਉਹ ਕਹਿਣਗੇ ਕਿ ਇੱਕ ਕੋਠੇ ਵਾਲੀ ਨੇ ਤੈਨੂੰ ਰਿਐਕਟ ਕਰ ਦਿੱਤਾ ਹੈ। ਰਾਤ ਦਾ ਸਮਾਂ ਸੀ ਅਤੇ ਮੈਂ ਬਹੁਤ ਪਰੇਸ਼ਾਨ ਸੀ। ਇੱਕ ਅਜਿਹੀ ਔਰਤ ਜੋ ਆਪਣੇ ਆਪ ਨੂੰ ਬਾਜ਼ਾਰ ਦੇ ਵਿੱਚ ਰੱਖ ਕੇ ਬੈਠੀ ਹੈ, ਤੁਸੀਂ ਉਸ ਨੂੰ ਖਰੀਦ ਸਕਦੇ ਹੋ, ਪਰ ਜੇਕਰ ਉਹ ਆਪਣੀ ਮਰਜ਼ੀ ਦੇ ਨਾਲ ਖਰੀਦਦਾਰ ਚੁਣਦੀ ਹੈ ਤਾਂ ਮਾਮਲਾ ਉਲਟ ਹੋ ਜਾਂਦਾ ਹੈ। ਪਰ ਮੈਂ ਭੁੱਲ ਗਿਆ ਸੀ ਕਿ ਮੇਰੇ ਨੰਬਰ ਵੀ ਘੱਟ ਨਹੀਂ ਸਨ, ਮੇਰੇ ਨੰਬਰ ਬਿਲਕੁਲ ਪੂਰੇ ਸਨ। ਉਸਨੇ ਇੱਕ ਵਾਰ ਮੈਨੂੰ ਦੇਖਿਆ, ਮੈਨੂੰ ਲੱਗਿਆ ਕਿ ਕਿਸੇ ਸੋਚ ਦੇ ਵਿੱਚ ਪੈ ਗਈ ਹੈ, ਪਰ ਫਿਰ ਮੇਰੀ ਗੱਲ ਹੋਰ ਸੀ। ਉਹ ਵੀ ਮੇਰੇ ਲਈ ਪਾਗਲ ਹੋ ਗਈ ਅਤੇ ਮੈਂ ਹਰ ਇੱਕ ਰਾਤ ਉਸਦੇ ਕੋਠੇ ਤੇ ਗੁਜ਼ਾਰਨੀ ਸ਼ੁਰੂ ਕਰ ਦਿੱਤੀ। ਜਦੋਂ ਮੇਰੀ ਮਾਂ ਮੈਨੂੰ ਸਵਾਲ ਕਰਦੀ ਤੂੰ ਕਿੱਥੇ ਹੁੰਦਾ ਹੈ ਤਾਂ ਮੈਂ ਕਹਿ ਦਿੰਦਾ ਕਿ ਮੈਂ ਮੰਦਰ ਦੇ ਵਿੱਚ ਹੁੰਦਾ ਹਾਂ, ਪੂਜਾ ਕਰ ਰਿਹਾ ਹੁੰਦਾ ਹਾਂ। ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਬੁਰਾ ਝੂਠ ਬੋਲਦਾ ਸੀ, ਬਹੁਤ ਹੀ ਬੁਰਾ ਕਰਦਾ ਸੀ। ਮੈਨੂੰ ਪਤਾ ਸੀ ਕਿ ਇਹ ਸਭ ਕੁਝ ਠੀਕ ਨਹੀਂ ਹੈ, ਪਰ ਫਿਰ ਵੀ ਮੈਂ ਇਹ ਕਰਦਾ ਹੀ ਜਾ ਰਿਹਾ ਸੀ। ਮੇਰੀ ਮਾਂ ਨੇ ਕਿਹਾ ਕਿ ਕਿਉਂ ਤੂੰ ਇੰਨੀ ਪੂਜਾ ਕਰਕੇ ਕੀ ਕਰਨਾ ਹੈ, ਤਾਂ ਮੈਂ ਆਪਣੀ ਮਾਂ ਨੂੰ ਗੱਲਾਂ ਦੇ ਵਿੱਚ ਉਲਝਾਉਣ ਦੇ ਲਈ ਕਿਹਾ ਕਿ ਮਾਂ ਤੈਨੂੰ ਤਾਂ ਪਤਾ ਹੈ ਕਿ ਮੈਂ ਸ਼ਕਲ ਦਾ ਚੰਗਾ ਹਾਂ, ਪਰ ਜੋ ਲੋਕ ਸ਼ਕਲ ਦੇ ਚੰਗੇ ਹੁੰਦੇ ਹਨ ਉਹਨਾਂ ਦੀ ਕਿਸਮਤ ਚੰਗੀ ਨਹੀਂ ਹੁੰਦੀ। ਮੈਂ ਚਾਹੁੰਦਾ ਹਾਂ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਚੰਗੀ ਜਿਹੀ ਲੜਕੀ ਆਵੇ, ਇਸ ਕਰਕੇ ਅੱਜ ਕੱਲ੍ਹ ਮੈਂ ਇੱਕ ਛੋਟਾ ਜਿਹਾ ਕੰਮ ਕਰਦਾ ਹਾਂ ਕਿ ਰੋਜ਼ ਰਾਤ ਨੂੰ ਮੈਂ ਮੰਦਰ ਦੇ ਵਿੱਚ ਹੀ ਸੌਂ ਜਾਂਦਾ ਹਾਂ ਅਤੇ ਜਦੋਂ ਮੇਰੀ ਅੱਖ ਖੁੱਲਦੀ ਹੈ ਤਾਂ ਮੈਂ ਪੂਜਾ ਕਰਨ ਦੇ ਵਿੱਚ ਲੱਗ ਜਾਂਦਾ ਹਾਂ। ਮੇਰੀ ਮਾਂ ਨੇ ਕਿਹਾ ਬੇਟਾ ਤੈਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਤੋਂ ਇੰਨਾ ਡਰ ਕਿਉਂ ਲੱਗਦਾ ਹੈ। ਮੈਂ ਕਿਹਾ ਮਾਂ ਅੱਜ ਕੱਲ੍ਹ ਲੋਕ ਬਹੁਤ ਅਜੀਬ ਹਨ, ਜੇਕਰ ਮੈਂ ਕਿਸੇ ਦੇ ਨਾਲ ਪਿਆਰ ਕਰ ਬੈਠਦਾ ਹਾਂ ਅਤੇ ਉਹ ਮੈਨੂੰ ਪਿਆਰ ਨਾ ਕਰੇ ਤਾਂ ਫਿਰ ਮੇਰੀ ਜ਼ਿੰਦਗੀ ਤਾਂ ਤਬਾਹ ਹੋ ਜਾਵੇਗੀ। ਮਾਂ ਤੁਹਾਨੂੰ ਤਾਂ ਪਤਾ ਹੈ ਨਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਆਵੇਗਾ ਮੇਰੀ ਸ਼ਕਲ ਦੇਖ ਕੇ ਹੀ ਆਵੇਗਾ। ਮੇਰੀ ਮਾਂ ਵੀ ਪਰੇਸ਼ਾਨ ਹੋ ਗਈ। ਉਹਨਾਂ ਨੇ ਕਿਹਾ ਕਿ ਹਾਂ ਗੱਲ ਤਾਂ ਕੁਝ ਅਜਿਹੀ ਹੀ ਹੈ, ਪਰ ਤੁਸੀਂ ਇੰਨਾ ਪਰੇਸ਼ਾਨ ਨਾ ਹੋ। ਬਾਕੀ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੂੰ ਮੰਦਰ ਨਾ ਜਾਇਆ ਕਰ, ਤੂੰ ਬੇਝਿਜਕ ਹੋ ਕੇ ਜਾਇਆ ਕਰ, ਪਰ ਘਰ ਦੇ ਵਿੱਚ ਵੀ ਆ ਜਾਇਆ ਕਰ। ਮੈਂ ਘਰ ਦੇ ਵਿੱਚ ਇਕੱਲੀ ਹੁੰਦੀ ਹਾਂ। ਮੈਂ ਕਿਹਾ ਕਿ ਠੀਕ ਹੈ, ਹੁਣ ਮੈਂ ਕਦੇ ਕਦੇ ਘਰ ਦੇ ਵਿੱਚ ਵੀ ਆ ਜਾਂਦਾ, ਪਰ ਜਦੋਂ ਮੈਂ ਸਲੋਨੀ ਨੂੰ ਮਿਲਣ ਦੇ ਲਈ ਜਾਣਾ ਹੁੰਦਾ ਅਤੇ ਮਾਂ ਮੈਨੂੰ ਪੁੱਛਦੀ ਤਾਂ
ਤਾਂ ਮੈਂ ਝੂਠ ਬੋਲ ਦਿੰਦਾ ਕਿ ਮੈਂ ਤਾਂ ਕਿਤੇ ਹੋਰ ਜਾ ਰਿਹਾ ਹਾਂ, ਕਿਉਂਕਿ ਉਹ ਵੀ ਕੋਈ ਘੱਟ ਖੂਬਸੂਰਤ ਔਰਤ ਨਹੀਂ ਸੀ। ਉਸ ਦੀਆਂ ਅੱਖਾਂ ਇੰਨੀਆਂ ਜ਼ਿਆਦਾ ਖੂਬਸੂਰਤ ਸਨ ਕਿ ਮੈਂ ਦੱਸ ਨਹੀਂ ਸਕਦਾ। ਮੈਂ ਬਸ ਉਸ ਦੀਆਂ ਅੱਖਾਂ ਦੇ ਵਿੱਚ ਹੀ ਗੁਆ ਜਾਂਦਾ ਸੀ। ਸਾਰੀ ਰਾਤ ਉੱਥੇ ਹੀ ਪਿਆ ਰਹਿੰਦਾ ਸੀ। ਸਲੋਨੀ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਕੋਠੇ ਵਾਲੀਆਂ ਕਿਸੇ ਦੇ ਨਾਲ ਪਿਆਰ ਨਹੀਂ ਕਰਦੀਆਂ ਹਾਂ। ਅਸੀਂ ਲੋਕ ਸਿਰਫ ਦੌਲਤ ਦੇ ਨਾਲ ਹੀ ਪਿਆਰ ਕਰਦੀਆਂ। ਸਾਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਸਾਡਾ ਸਭ ਕੁਝ ਪੈਸਾ ਹੈ। ਸਾਡੇ ਸੀਨੇ ਦੇ ਵਿੱਚ ਦਿਲ ਨਹੀਂ ਹੁੰਦਾ। ਦਿਲ ਦੇ ਥਾਂ ਤੇ ਦਿਮਾਗ ਹੁੰਦਾ ਹੈ। ਇਹ ਵਪਾਰ ਹੈ ਅਤੇ ਅਸੀਂ ਇਸ ਗੱਲ ਨੂੰ ਮੰਨਦੀਆਂ ਹਾਂ ਕਿ ਅਸੀਂ ਗਲਤ ਕਰ ਰਹੀਆਂ ਹਾਂ, ਪਰ ਅਸੀਂ ਇਹ ਹੀ ਕਰਨ ਦੇ ਲਈ ਤਾਂ ਪੈਦਾ ਹੋਈਆਂ ਹਾਂ। ਕੋਈ ਵੀ ਸਾਨੂੰ ਅਪਣਾਉਣ ਦੇ ਲਈ ਤਿਆਰ ਨਹੀਂ ਹੈ ਤਾਂ ਹੋਰ ਅਸੀਂ ਕੀ ਕਰ ਸਕਦੇ ਹਾਂ। ਉਹ ਬਹੁਤ ਵੱਡੀਆਂ ਵੱਡੀਆਂ ਅਤੇ ਬਹੁਤ ਡੂੰਘੀਆਂ ਗੱਲਾਂ ਕਰਦੀ ਸੀ। ਉਸ ਦੀ ਆਵਾਜ਼ ਬਹੁਤ ਖੂਬਸੂਰਤ ਸੀ। ਉਹ ਬਹੁਤ ਚੰਗਾ ਗਾਣਾ ਵੀ ਗਾਉਂਦੀ ਸੀ। ਉਹ ਇੱਕ ਕੋਠੇ ਵਾਲੀ ਸੀ, ਪਰ ਉਹ ਇੱਕ ਆਮ ਕੋਠੇ ਵਾਲੀ ਨਹੀਂ ਸੀ ਕਿ ਜਿਸ ਦੇ ਕੋਠੇ ਤੇ ਜਾਓ ਅਤੇ ਉਹ ਬਸ ਅੱਗੇ ਆਪਣੀ ਖੂਬਸੂਰਤੀ ਲੈ ਕੇ ਬੈਠੀ ਹੋਵੇ। ਉਸ ਦੇ ਅੰਦਰ ਹੋਰ ਵੀ ਬਹੁਤ ਕੁਝ ਸੀ। ਉਹ ਬਹੁਤ ਚੰਗੀ ਆਵਾਜ਼ ਦੇ ਵਿੱਚ ਗਾਣਾ ਗਾਉਂਦੀ ਸੀ ਅਤੇ ਸ਼ਾਇਰੀ ਵੀ ਕਰਦੀ ਸੀ। ਛੋਟੀਆਂ ਛੋਟੀਆਂ ਕਹਾਣੀਆਂ ਵੀ ਲਿਖਦੀ ਸੀ ਅਤੇ ਉਸ ਦੀਆਂ ਗੱਲਾਂ ਵੀ ਕਹਾਣੀਆਂ ਦੀ ਤਰ੍ਹਾਂ ਹੀ ਹੁੰਦੀਆਂ ਸਨ, ਜਿਵੇਂ ਕੋਈ ਕਹਾਣੀ ਹੀ ਸੁਣਾ ਰਹੀ ਹੋਵੇ। ਹਰ ਇੱਕ ਗੱਲ ਦੇ ਅੰਦਰ ਉਹ ਸ਼ਾਇਰੀ ਪਾ ਦਿੰਦੀ ਸੀ ਅਤੇ ਬਹੁਤ ਚੰਗਾ ਡਾਂਸ ਵੀ ਕਰਦੀ ਸੀ। ਮੈਂ ਉਸ ਤੋਂ ਜ਼ਿਆਦਾ ਖੂਬਸੂਰਤ ਔਰਤ ਕਦੇ ਨਹੀਂ ਦੇਖੀ ਸੀ। ਜਿਸ ਔਰਤ ਦੀ ਆਵਾਜ਼ ਚੰਗੀ ਹੋਵੇ, ਸ਼ਕਲ ਚੰਗੀ ਹੋਵੇ, ਉਸ ਨੂੰ ਸ਼ਾਇਰੀ ਕਰਨੀ ਆਉਂਦੀ ਹੋਵੇ, ਉਹ ਗੱਲਾਂ ਵੀ ਕਰਨੀਆਂ ਜਾਣਦੀ ਹੋਵੇ ਅਤੇ ਫਿਰ ਬਹੁਤ ਜ਼ਿਆਦਾ ਖੂਬਸੂਰਤ ਹੋਵੇ, ਉਸ ਨੂੰ ਡਾਂਸ ਵੀ ਆਉਂਦਾ ਹੋਵੇ। ਅਜਿਹੀ ਔਰਤ ਤਾਂ ਸਾਰਿਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੀ ਹੈ, ਜਿਵੇਂ ਸਲੋਨੀ ਨਚਾ ਰਹੀ ਸੀ। ਮੇਰੇ ਕੋਲ ਪੈਸਿਆਂ ਦੀ ਕਮੀ ਨਹੀਂ ਸੀ। ਮੈਂ ਇੱਕ ਔਰਤ ਦੇ ਨਾਲ ਦੋਸਤੀ ਕਰ ਰੱਖੀ ਸੀ ਜੋ ਬਾਹਰਲੇ ਦੇਸ਼ ਦੇ ਵਿੱਚ ਰਹਿੰਦੀ ਸੀ ਅਤੇ ਉਹ ਮੈਨੂੰ ਮੇਰੀ ਇੱਕ ਤਸਵੀਰ ਤੇ ਹਜ਼ਾਰਾਂ ਡਾਲਰ ਭੇਜਦੀ ਸੀ, ਕਿਉਂਕਿ ਮੈਂ ਉਸ ਦੇ ਹਿਸਾਬ ਦੇ ਨਾਲ ਇੱਕ ਬਹੁਤ ਜ਼ਿਆਦਾ ਖੂਬਸੂਰਤ ਅਤੇ ਅਲੱਗ ਕਿਸਮ ਦਾ ਮਰਦ ਸੀ। ਇਸ ਕਰਕੇ ਮੇਰੇ ਕੋਲ ਪੈਸੇ ਤਾਂ ਹੁੰਦੇ ਸਨ, ਪਰ ਮੇਰੇ ਕੋਲ ਰੁਕਦੇ ਨਹੀਂ ਸਨ। ਮੇਰੀ ਮਾਂ ਕਹਿੰਦੀ ਸੀ ਕਿ ਕੋਈ ਨੌਕਰੀ ਕਰ ਲੈ, ਪਰ ਮੈਨੂੰ ਨੌਕਰੀ ਕਰਨ ਦਾ ਕੋਈ ਸ਼ੌਂਕ ਨਹੀਂ ਸੀ। ਮੈਂ ਪੜ੍ਹਾਈ ਕੀਤੀ ਹੋਈ ਸੀ ਅਤੇ ਮੈਨੂੰ ਨੌਕਰੀ ਮਿਲ ਵੀ ਸਕਦੀ ਸੀ, ਪਰ ਹੁਣ ਮੈਨੂੰ ਵਿਹਲੇ ਰਹਿਣ ਦੀ ਆਦਤ ਪੈ ਗਈ ਸੀ। ਉਹ ਕਹਿੰਦੇ ਹਨ ਨਾ ਕਿ ਇੱਕ ਖਾਸ ਉਮਰ ਹੁੰਦੀ ਹੈ ਜਿਸ ਦੇ ਵਿੱਚ ਜੇਕਰ ਤੁਹਾਨੂੰ ਪੈਸੇ ਕਮਾਉਣ ਦੀ ਆਦਤ ਪੈ ਜਾਵੇ ਤਾਂ ਫਿਰ ਤੁਸੀਂ ਸਾਰੀ ਜ਼ਿੰਦਗੀ ਪੈਸੇ ਕਮਾਉਂਦੇ ਹੋ, ਪਰ ਮੇਰੀ ਇਸ ਖਾਸ ਉਮਰ ਦੇ ਵਿੱਚ ਮੈਨੂੰ ਪੈਸੇ ਕਮਾਉਣ ਦੀ ਨਹੀਂ, ਬਲਕਿ ਇਸ ਤਰ੍ਹਾਂ ਦੀਆਂ ਜਗ੍ਹਾ ਤੇ ਜਾਣ ਦੀ ਅਤੇ ਨਸ਼ਾ ਕਰਨ ਦੀ ਆਦਤ ਪੈ ਗਈ ਸੀ। ਮੈਨੂੰ ਇਹ ਕਹਿੰਦੇ ਹੋਏ ਅਜੀਬ ਤਾਂ ਲੱਗਦਾ ਹੈ, ਪਰ ਮੈਂ ਅਜਿਹਾ ਹੀ ਸੀ। ਮੇਰੀ ਮਾਂ ਮੇਰੇ ਲਈ ਹਮੇਸ਼ਾ ਰਿਸ਼ਤੇ ਲੱਭਦੀ ਰਹਿੰਦੀ ਸੀ। ਉਹਨਾਂ ਦੀ ਸਿਰਫ ਇੱਕ ਹੀ ਸ਼ਰਤ ਹੁੰਦੀ ਸੀ ਕਿ ਲੜਕੀ ਕਿਸੇ ਅਮੀਰ ਖਾਨਦਾਨ ਦੀ ਇਕੱਲੀ ਲੜਕੀ ਹੋਣੀ ਚਾਹੀਦੀ ਹੈ ਅਤੇ ਉਹ ਆਪਣੇ ਨਾਲ ਬਹੁਤ ਸਾਰਾ ਸਮਾਨ ਲੈ ਕੇ ਆਵੇ ਅਤੇ ਮੈਨੂੰ ਵੀ ਆਪਣੇ ਪਿਓ ਦੇ ਕਾਰੋਬਾਰ ਵਿੱਚ ਸ਼ਾਮਿਲ ਕਰ ਲਵੇ। ਮੈਨੂੰ ਪਤਾ ਸੀ ਕਿ ਮੇਰੀ ਮਾਂ ਨੂੰ ਅਜਿਹੀ ਕੋਈ ਲੜਕੀ ਨਹੀਂ ਮਿਲੇਗੀ, ਕਿਉਂਕਿ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਤਾਂ ਲੜਕੇ ਅਜਿਹੀਆਂ ਲੜਕੀਆਂ ਦੀ ਭਾਲ ਕਰਦੇ ਹਨ ਜੋ ਬਹੁਤ ਜ਼ਿਆਦਾ ਅਮੀਰ ਹੋਣ ਅਤੇ ਬੇਸ਼ੱਕ ਵੱਡੀ ਉਮਰ ਦੀਆਂ ਹੋਣ, ਉਹ ਫਿਰ ਵੀ ਉਹਨਾਂ ਨਾਲ ਵਿਆਹ ਕਰ ਲੈਂਦੇ ਹਨ। ਮੈਂ ਤਾਂ ਇਹੀ ਦੇਖਦਾ ਤੇ ਸੁਣਦਾ ਰਹਿੰਦਾ ਸੀ, ਪਰ ਮੇਰੇ ਮਾਮਲੇ ਦੇ ਵਿੱਚ ਅਜਿਹਾ ਕੁਝ ਨਹੀਂ ਸੀ। ਮੇਰੀ ਮਾਂ ਨੂੰ ਕੌਣ ਸਮਝਾ ਸਕਦਾ ਸੀ। ਉਹ ਇਸ ਸਭ ਦੇ ਵਿੱਚ ਹੀ ਲੱਗੀ ਰਹਿੰਦੀ ਸੀ ਅਤੇ ਹਰ ਦਿਨ ਕਿਤੇ ਨਾ ਕਿਤੇ ਜਾਂਦੀ ਰਹਿੰਦੀ ਸੀ। ਉਸ ਨੇ 2-3 ਔਰਤਾਂ ਨੂੰ ਵੀ ਕਹਿ ਰੱਖਿਆ ਸੀ ਕਿ ਕੋਈ ਰਿਸ਼ਤਾ ਹੋਵੇ ਤਾਂ ਜ਼ਰੂਰ ਦੱਸਿਓ। ਕੁਝ ਰਿਸ਼ਤੇ ਮਿਲੇ ਵੀ ਸਨ, ਪਰ ਉਹ ਕਹਿੰਦੀ ਸੀ ਕਿ ਮੈਨੂੰ ਇਸ ਤੋਂ ਵੀ ਜ਼ਿਆਦਾ ਅਮੀਰ ਲੋਕ ਚਾਹੀਦੇ ਹਨ। ਮੇਰੀ ਮਾਂ ਵੀ ਮੇਰੇ ਤਰ੍ਹਾਂ ਹੀ ਸੀ, ਜਿੱਦੀ ਅਤੇ ਆਪਣੀ ਮਰਜ਼ੀ ਚਲਾਉਣ ਵਾਲੀ। ਮੇਰੀ ਇੱਕ ਵੱਡੀ ਭੈਣ ਵੀ ਸੀ, ਪਰ ਅਸੀਂ ਉਸ ਦਾ ਵਿਆਹ ਕਰਵਾ ਦਿੱਤਾ ਸੀ ਅਤੇ ਉਹ ਦੂਜੇ ਸ਼ਹਿਰ ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿੰਦੀ ਸੀ। ਉਸ ਦੇ 2 ਬੱਚੇ ਵੀ ਸਨ। ਕਦੇ ਕਦੇ ਉਹ ਸਾਡੇ ਘਰ ਆਉਂਦੀ ਸੀ ਤਾਂ ਬਹੁਤ ਰੌਲਾ ਪਾਉਂਦੀ ਸੀ। ਮੈਨੂੰ ਉਸ ਦੇ ਬੱਚੇ ਚੰਗੇ ਤਾਂ ਲੱਗਦੇ ਸਨ, ਪਰ ਉਹ ਤੰਗ ਬਹੁਤ ਕਰਦੇ ਸਨ, ਇਸ ਕਰਕੇ ਮੈਂ ਤੰਗ ਹੋ ਜਾਂਦਾ ਸੀ। ਇੱਕ ਦਿਨ ਮੇਰੀ ਮਾਂ ਨੇ ਪੁੱਛਿਆ ਕਿ ਰਾਤਾਂ ਨੂੰ ਤੁਸੀਂ ਵਾਰ-ਵਾਰ ਮੰਦਰ ਜਾਣਾ ਸ਼ੁਰੂ ਕਰ ਦਿੱਤਾ ਹੈ, ਅਜੇ ਵੀ ਕਿਹੜੀ ਪੂਜਾ ਸ਼ੁਰੂ ਕਰ ਦਿੱਤੀ ਹੈ। ਜਵਾਨੀ ਦੀ ਪੂਜਾ ਦੀ ਬਹੁਤ ਅਹਿਮੀਅਤ ਹੁੰਦੀ ਹੈ, ਪਰ ਤੇਰੀ ਸ਼ਕਲ ਲੱਗਦੀ ਤਾਂ ਨਹੀਂ ਪੂਜਾ ਕਰਨ ਵਾਲੀ। ਆਖਰਕਾਰ ਉਹ ਮੇਰੀ ਮਾਂ ਸੀ, ਉਹ ਪਹਿਚਾਣ ਹੀ ਗਈ। ਮੈਂ ਕਿਹਾ ਮਾਂ, ਬਸ ਮੈਂ ਜਿੱਥੇ ਵੀ ਜਾਂਦਾ ਹਾਂ ਬਸ ਇਹੀ ਸਮਝੋ ਕਿ ਮੈਂ ਉੱਥੇ ਬਹੁਤ ਖੁਸ਼ ਹੁੰਦਾ ਹਾਂ। ਮੇਰੀ ਮਾਂ ਨੇ ਕਿਹਾ ਕਿ ਕੋਈ ਉਲਟੀ ਸਿੱਧੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੀ। ਮੈਂ ਤੇਰਾ ਵਿਆਹ ਕਰਨਾ ਹੈ, ਉਹ ਵੀ ਕਿਸੇ ਬਹੁਤ ਚੰਗੀ ਲੜਕੀ ਦੇ ਨਾਲ, ਅਤੇ ਤੂੰ ਉਸ ਨੂੰ ਹਮੇਸ਼ਾ ਖੁਸ਼ ਰੱਖਣਾ ਹੈ। ਜੇਕਰ ਮੈਂ ਲੜਕੀ ਅਮੀਰ ਘਰ ਤੋਂ ਲੈ ਕੇ ਆਵਾਂਗੀ ਤਾਂ ਫਿਰ ਇਹ ਯਾਦ ਰੱਖੀ ਕਿ ਉਹ ਬਹੁਤ ਵਿਗੜੀ ਹੋਈ ਹੋਵੇਗੀ ਅਤੇ ਤੈਨੂੰ ਉਸ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਣਾ ਪਵੇਗਾ। ਜੇਕਰ ਉਸਦੇ ਘਰ ਵਾਲੇ ਸਾਡੇ ਤੋਂ ਨਾਰਾਜ਼ ਹੋਏ ਤਾਂ ਉਹ ਸਭ ਕੁਝ ਵਾਪਸ ਵੀ ਲੈ ਸਕਦੇ ਹਨ ਅਤੇ ਇਸ ਦੇ ਵਿੱਚ ਕੋਈ ਬੁਰਾ ਵੀ ਨਹੀਂ ਹੈ ਕਿ ਜੇਕਰ ਉਹ ਸਭ ਕੁਝ ਦਿੰਦੀ ਹੈ
ਅਸੀਂ ਉਸ ਦਾ ਖਿਆਲ ਰੱਖਾਂਗੇ। ਮੇਰੇ ਤੋਂ ਜ਼ਿਆਦਾ ਖਿਆਲ ਤਾਂ ਤੁਹਾਨੂੰ ਰੱਖਣਾ ਪੈਣਾ ਹੈ। ਮੈਂ ਤਾਂ ਉਸ ਦੇ ਲਈ ਚੰਗੀ ਸੱਸ ਬਣਾਂਗੀ, ਪਰ ਤੁਸੀਂ ਉਸ ਦੇ ਲਈ ਚੰਗਾ ਪਤੀ ਬਣਨਾ ਹੈ। ਮੈਂ ਕਿਹਾ ਕਿ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਹੀ ਵਿਆਹ ਕਰਾਂਗਾ। ਮੇਰੀ ਮਾਂ ਨੇ ਕਿਹਾ ਕਿ ਮੇਰੇ ਨਾਲ ਵਾਅਦਾ ਕਰ। ਮੈਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ, ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਹੀ ਵਿਆਹ ਕਰਾਂਗਾ ਅਤੇ ਵਿਆਹ ਤੋਂ ਬਾਅਦ ਵੀ ਤੁਹਾਡੀ ਹਰ ਇੱਕ ਗੱਲ ਮੰਨਾਂਗਾ। ਆਪਣੀ ਪਤਨੀ ਦਾ ਗੁਲਾਮ ਨਹੀਂ, ਬਲਕਿ ਤੁਹਾਡਾ ਗੁਲਾਮ ਬਣ ਕੇ ਰਹਾਂਗਾ। ਮੈਂ ਆਪਣੀ ਮਾਂ ਨੂੰ ਖੁਸ਼ ਕਰਨ ਦੇ ਲਈ ਇਹ ਕਹਿ ਦਿੱਤਾ। ਮੇਰੀ ਮਾਂ ਬਹੁਤ ਜ਼ਿਆਦਾ ਖੁਸ਼ ਹੋ ਗਈ। ਉਸਨੇ ਮੇਰੀ ਨਜ਼ਰ ਉਤਾਰੀ ਅਤੇ ਕਿਹਾ, ਠੀਕ ਹੈ। ਮੇਰੀ ਮਾਂ ਨੇ ਇੱਕ ਦਿਨ ਬਿਰਿਆਨੀ ਬਣਾਈ ਸੀ, ਪਰ ਮੈਨੂੰ ਕੋਠੇ ਤੇ ਜਾਣ ਦੀ ਜਲਦੀ ਸੀ। ਉਸਨੇ ਡੱਬੇ ਦੇ ਵਿੱਚ ਪਾ ਦਿੱਤੀ ਅਤੇ ਕਿਹਾ ਕਿ ਮੰਦਰ ਦੇ ਵਿੱਚ ਬੈਠ ਕੇ ਖਾ ਲਵੀਂ। ਮੈਂ ਕਿਹਾ ਕਿ ਮੈਂ ਇਹ ਨਹੀਂ ਲਿਜਾ ਸਕਦਾ, ਪਰ ਉਸ ਨੇ ਜਿੱਦ ਕੀਤੀ ਅਤੇ ਮੈਨੂੰ ਨਾਲ ਪਾ ਕੇ ਦੇ ਦਿੱਤੀ। ਜਦੋਂ ਮੈਂ ਕੋਠੇ ਦੇ ਵਿੱਚ ਆਇਆ ਤਾਂ ਮੈਂ ਸਲੋਨੀ ਨੂੰ ਉਹ ਡੱਬਾ ਦੇ ਦਿੱਤਾ ਅਤੇ ਕਿਹਾ ਕਿ ਮੈਂ ਇਹ ਬਿਰਿਆਨੀ ਲੈ ਕੇ ਆਇਆ ਹਾਂ, ਮੇਰੀ ਮਾਂ ਨੇ ਬਣਾਈ ਹੈ। ਉਹ ਹੈਰਾਨ ਹੋ ਗਈ ਤੇ ਕਹਿਣ ਲੱਗੀ ਕਿ ਅਜਿਹਾ ਪਹਿਲਾਂ ਤਾਂ ਕਿਸੇ ਗ੍ਰਾਹਕ ਨੇ ਨਹੀਂ ਕੀਤਾ। ਮੈਂ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਦਿੱਤੀ ਸੀ ਅਤੇ ਮੈਂ ਤੁਹਾਨੂੰ ਦੇ ਦਿੱਤਾ, ਤੁਸੀਂ ਖਾ ਲਓ। ਇੱਥੇ ਤੁਸੀਂ ਕੀ ਖਾਂਦੇ ਹੋਵੋਗੇ? ਮਾਂ ਦੇ ਹੱਥ ਦਾ ਖਾਣਾ ਤਾਂ ਬਹੁਤ ਮਜ਼ੇਦਾਰ ਹੁੰਦਾ ਹੈ ਨਾ। ਉਸਨੇ ਕਿਹਾ ਕਿ ਇੱਥੇ ਅਸੀਂ ਦੁਨੀਆ ਦੀ ਹਰ ਇੱਕ ਚੀਜ਼ ਖਾਂਦੇ ਹਾਂ, ਪਰ ਤੁਹਾਡੀ ਗੱਲ ਠੀਕ ਹੈ ਕਿ ਮਾਂ ਦੇ ਹੱਥ ਦੇ ਖਾਣੇ ਵਰਗਾ ਹੋਰ ਕੋਈ ਖਾਣਾ ਨਹੀਂ ਹੁੰਦਾ। ਮੈਨੂੰ ਵੀ ਮੇਰੀ ਮਾਂ ਬਹੁਤ ਯਾਦ ਆਉਂਦੀ ਹੈ। ਮੈਂ ਉਸਨੂੰ ਦੱਸਿਆ ਕਿ ਮੇਰੀ ਮਾਂ ਬਹੁਤ ਚੰਗੀ ਹੈ, ਬਹੁਤ ਹੀ ਭੋਲੀ ਹੈ। ਉਸਨੇ ਕਿਹਾ ਕਿ ਕਾਸ਼ ਮੈਂ ਉਹਨਾਂ ਨੂੰ ਮਿਲ ਸਕਦੀ। ਮੈਂ ਕਿਹਾ, ਮਜ਼ਾਕ ਨਾ ਕਰੋ, ਮੇਰੀ ਮਾਂ ਦੇ ਨਾਲ ਤੁਸੀਂ ਕਿਵੇਂ ਮਿਲੋਗੇ? ਉਹ ਤਾਂ ਬੇਹੋਸ਼ ਹੀ ਹੋ ਜਾਵੇਗੀ। ਮੈਂ ਉਸਨੂੰ ਕਹਿ ਕੇ ਆਉਂਦਾ ਹਾਂ ਕਿ ਮੈਂ ਮੰਦਿਰ ਜਾ ਰਿਹਾ ਹਾਂ। ਇਸ ਗੱਲ ਤੇ ਸਲੋਨੀ ਮੁਸਕਰਾਈ। ਉਸਨੇ ਕਿਹਾ, ਨਹੀਂ, ਤੁਸੀਂ ਇਹ ਬਹੁਤ ਗਲਤ ਕਰਦੇ ਹੋ। ਮੈਂ ਕਿਹਾ ਕਿ ਮੈਨੂੰ ਪਤਾ ਹੈ, ਪਰ ਬਸ ਚੱਲਦਾ ਹੈ। ਮੇਰੇ ਜਵਾਨੀ ਦੇ ਦਿਨ ਹਨ ਅਤੇ ਜਵਾਨੀ ਦੇ ਦਿਨਾਂ ਦੇ ਵਿੱਚ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ। ਜਦੋਂ ਬੁਢਾਪਾ ਆਉਂਦਾ ਹੈ ਤਾਂ ਸਾਰਿਆਂ ਨੂੰ ਰੱਬ ਯਾਦ ਆ ਜਾਂਦਾ ਹੈ। ਮੈਨੂੰ ਵੀ ਯਾਦ ਆ ਜਾਵੇਗਾ। ਮੇਰੀ ਜ਼ਿੰਦਗੀ ਦੇ ਦਿਨ ਇਸੇ ਤਰ੍ਹਾਂ ਹੀ ਲੰਘਦੇ ਗਏ। ਮੈਂ ਖੁਦ ਹੀ ਖਾਂਦਾ ਪੀਂਦਾ ਸੀ। ਮੈਨੂੰ ਕਿਸੇ ਚੀਜ਼ ਦੇ ਨਾਲ ਕੋਈ ਮਸਲਾ ਨਹੀਂ ਸੀ ਅਤੇ ਮੈਂ ਚਾਹੁੰਦਾ ਸੀ ਕਿ ਮੇਰੀ ਜ਼ਿੰਦਗੀ ਅੱਗੇ ਵੀ ਇਸੇ ਤਰ੍ਹਾਂ ਹੀ ਗੁਜ਼ਰੇ। ਮੈਨੂੰ ਸਲੋਨੀ ਦੇ ਨਾਲ ਪਿਆਰ ਨਹੀਂ ਹੋਇਆ ਸੀ। ਮੈਂ ਉਸਦੇ ਨਾਲ ਪਿਆਰ ਕਰਨ ਦੇ ਲਈ ਆਇਆ ਵੀ ਨਹੀਂ ਸੀ, ਪਰ ਅਸੀਂ ਲੋਕ ਇਸੇ ਤਰ੍ਹਾਂ ਹੀ ਕਹਿੰਦੇ ਸੀ ਕਿ ਸਾਨੂੰ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੈ। ਇੱਕ ਦੂਜੇ ਨੂੰ ਪਿਆਰ ਕਰਨਾ, ਇੱਕ ਦੂਜੇ ਨੂੰ ਯਾਦ ਕਰਨਾ। ਉਹ ਮੈਨੂੰ ਸ਼ਾਇਰੀ ਸੁਣਾਉਂਦੀ ਸੀ, ਜਿਸ ਦੀ ਮੈਨੂੰ ਸਮਝ ਨਹੀਂ ਆਉਂਦੀ ਸੀ, ਤਾਂ ਫਿਰ ਉਹ ਨਾਲ ਨਾਲ ਮੈਨੂੰ ਸਮਝਾਉਂਦੀ ਸੀ। ਕਦੇ ਕਦੇ ਇਹ ਵੀ ਕਹਿੰਦੀ ਸੀ ਕਿ ਪਿਆਰ ਬਹੁਤ ਹੀ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਮੈਂ ਕਿਹਾ, ਹਾਂ, ਤੁਹਾਡੇ ਕਿਸਮਤ ਦੇ ਵਿੱਚ ਪਿਆਰ ਨਹੀਂ, ਪਰ ਤੁਸੀਂ ਪਿਆਰ ਦੀ ਐਕਟਿੰਗ ਬਹੁਤ ਚੰਗੀ ਤਰ੍ਹਾਂ ਕਰਦੇ ਹੋ। ਤਾਂ ਉਹ ਕਹਿਣ ਲੱਗੀ, ਹਾਂ, ਐਕਟਿੰਗ ਦੇ ਤਾਂ ਪੈਸੇ ਮਿਲਦੇ ਹਨ, ਪਿਆਰ ਦੇ ਵਿੱਚ ਪੈਸੇ ਨਹੀਂ ਮਿਲਦੇ। ਉਸ ਦੇ ਵਿੱਚ ਤਾਂ ਸਿਰਫ ਦੁੱਖ ਮਿਲਦਾ ਹੈ। ਮੈਨੂੰ ਉਸ ਦੀਆਂ ਗੱਲਾਂ ਕਦੇ ਕਦੇ ਬਹੁਤ ਅਜੀਬ ਲੱਗਦੀਆਂ ਸਨ, ਪਰ ਮੈਨੂੰ ਗੱਲਾਂ ਦੇ ਨਾਲ ਕੋਈ ਮਤਲਬ ਨਹੀਂ ਸੀ। ਮੇਰੀ ਜ਼ਿੰਦਗੀ ਚੰਗੀ ਲੰਘ ਰਹੀ ਸੀ। ਮੈਂ ਖੁਸ਼ ਸੀ। ਮੈਂ ਇੱਕ ਵਾਰ ਇੱਕ ਬਾਬਾ ਨੂੰ ਦੇਖਿਆ ਜੋ ਹੱਥ ਦੇਖ ਰਿਹਾ ਸੀ। ਮੈਂ ਉਸਨੂੰ ਆਪਣਾ ਹੱਥ ਦਿਖਾਇਆ ਅਤੇ ਕਿਹਾ ਕਿ ਇਹ ਦੱਸੋ ਕਿ ਮੇਰੀ ਜ਼ਿੰਦਗੀ ਦੇ ਵਿੱਚ ਕਿੰਨੇ ਮਜ਼ੇ ਲਿਖੇ ਹਨ। ਕੀ ਮੈਂ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਇਯਾਸ਼ੀ ਕਰਦਾ ਰਹਾਂਗਾ? ਉਸਨੇ ਮੇਰਾ ਹੱਥ ਦੇਖਿਆ ਤੇ 2 ਮਿੰਟ ਦੇ ਲਈ ਕਿਤੇ ਗਵਾਚ ਗਿਆ ਅਤੇ ਫਿਰ ਉਸਨੇ ਮੇਰਾ ਹੱਥ ਆਪਣੇ ਆਪ ਤੋਂ ਦੂਰ ਕਰ ਦਿੱਤਾ। ਕਹਿਣ ਲੱਗਿਆ, ਤੂੰ ਇੱਕ ਬਦਨਸੀਬ ਆਦਮੀ ਹੈ, ਚਲੇ ਜਾਓ ਇੱਥੋਂ। ਮੈਂ ਕਿਹਾ, ਕੀ ਮਤਲਬ? ਤੁਸੀਂ ਕਿਸ ਤਰ੍ਹਾਂ ਦੀਆਂ ਬੇਕਾਰ ਗੱਲਾਂ ਕਰ ਰਹੇ ਹੋ? ਉਸਨੇ ਕਿਹਾ ਕਿ ਹਾਂ, ਤੁਸੀਂ ਬਹੁਤ ਬਦਨਸੀਬ ਆਦਮੀ ਹੋ, ਨਿਕਲ ਜਾਓ ਇੱਥੋਂ। ਮੈਂ ਉਸਨੂੰ ਉਸਦੇ ਪੈਸੇ ਦੇਣੇ ਚਾਹੇ, ਪਰ ਉਸਨੇ ਪੈਸੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਪਰ ਫਿਰ ਸੋਚਿਆ ਕਿ ਇਹ ਲੋਕ ਤਾਂ ਆਪਣੀ ਦੁਕਾਨਦਾਰੀ ਚਲਾਉਣ ਦੇ ਲਈ ਕੁਝ ਵੀ ਕਹਿੰਦੇ ਹਨ। ਲੱਗਦਾ ਹੈ ਇਸੇ ਤਰ੍ਹਾਂ ਹੀ ਉਸਨੇ ਕੁਝ ਵੀ ਬੋਲ ਦਿੱਤਾ ਹੋਵੇਗਾ, ਕਿਉਂਕਿ ਉਸਦਾ ਮੂਡ ਖਰਾਬ ਸੀ। ਮੈਂ ਦੁਬਾਰਾ ਇਸ ਬਾਰੇ ਵਿੱਚ ਨਹੀਂ ਸੋਚਿਆ। ਮੈਂ ਸਲੋਨੀ ਦੇ ਕੋਲ ਬੈਠਾ ਸੀ। ਕਮਰੇ ਦੇ ਵਿੱਚ ਹਲਕਾ ਹਲਕਾ ਮਿਊਜ਼ਿਕ ਚੱਲ ਰਿਹਾ ਸੀ ਅਤੇ ਮੈਂ ਉਸ ਨੂੰ ਦੇਖ ਰਿਹਾ ਸੀ। ਉਹ ਵਾਕਈ ਬਹੁਤ ਖੂਬਸੂਰਤ ਲੱਗ ਰਹੀ ਸੀ। ਉਸਨੇ ਮੈਨੂੰ ਕਿਹਾ ਸੀ ਕਿ ਉਸਨੇ ਕੋਈ ਜ਼ਰੂਰੀ ਗੱਲ ਕਰਨੀ ਹੈ, ਇਸ ਕਰਕੇ ਮੈਂ ਠੀਕ ਠਾਕ ਬੈਠਾ ਸੀ। ਮੈਂ ਕਿਹਾ, ਕੀ ਜ਼ਰੂਰੀ ਗੱਲ ਸੀ? ਉਸਨੇ ਕਿਹਾ ਕਿ ਦੇਖੋ, ਇਹ ਬਹੁਤ ਅਜੀਬ ਗੱਲ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ, ਪਰ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦੀ ਹਾਂ। ਤੁਸੀਂ ਚੰਗੇ ਇਨਸਾਨ ਹੋ, ਮੈਨੂੰ ਲੱਗਿਆ ਕਿ ਤੁਸੀਂ ਮੇਰੀ ਗੱਲ ਸਮਝੋਗੇ। ਮੈਂ ਕਿਹਾ ਕਿ ਕੀ ਗੱਲ ਹੈ? ਕੀ ਜ਼ਿਆਦਾ ਪੈਸੇ ਚਾਹੀਦੇ ਹਨ ਤੁਹਾਨੂੰ? ਜੇਕਰ ਤੁਹਾਨੂੰ ਜ਼ਿਆਦਾ ਪੈਸੇ ਚਾਹੀਦੇ ਹਨ ਤਾਂ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ। ਅਜੇ ਮੇਰੇ ਕੋਲ ਪੈਸੇ ਨਹੀਂ ਹਨ। ਮੇਰੇ ਕੋਲ ਪੈਸੇ 1 ਹਫ਼ਤੇ ਬਾਅਦ ਆਉਣਗੇ। ਉਸਨੇ ਕਿਹਾ ਕਿ ਗੱਲ ਪੈਸਿਆਂ ਦੀ ਨਹੀਂ ਹੈ। ਮੈਂ ਕਿਹਾ ਕਿ ਫਿਰ ਕੀ ਗੱਲ ਹੈ? ਉਸਨੇ ਕਿਹਾ ਕਿ ਬਹੁਤ ਜ਼ਰੂਰੀ ਗੱਲ ਹੈ, ਤੁਹਾਡੀ ਅਤੇ ਮੇਰੀ ਅਤੇ ਕਿਸੇ ਹੋਰ ਦੀ ਵੀ। ਮੈਨੂੰ ਉਸ ਦੀ ਗੱਲ ਸਮਝ ਨਹੀਂ ਆ ਰਹੀ ਸੀ। ਮੈਂ ਕਿਹਾ ਕਿ ਕੀ ਮਤਲਬ? ਕਿਸ ਦੀ? ਸਾਫ਼-ਸਾਫ਼ ਕਹਿ ਦਿਓ
ਕੀ ਹੋ ਗਿਆ ਹੈ ਤੁਹਾਨੂੰ? ਕਿਉਂ ਤੁਸੀਂ ਪਤਨੀਆਂ ਦੀ ਤਰ੍ਹਾਂ ਬੁਝਾਰਤਾਂ ਪਾ ਰਹੇ ਹੋ? ਉਸਨੇ ਮੈਨੂੰ ਬਹੁਤ ਅਜੀਬ ਨਜ਼ਰਾਂ ਦੇ ਨਾਲ ਦੇਖਿਆ ਤੇ ਫਿਰ ਕਿਹਾ ਕਿ ਮੇਰੇ ਪੇਟ ਦੇ ਵਿੱਚ ਤੁਹਾਡਾ ਬੱਚਾ ਹੈ, ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਮੈਂ 2 ਮਿੰਟ ਦੇ ਲਈ ਚੁੱਪ ਹੋ ਗਿਆ ਅਤੇ ਫਿਰ ਮੈਂ ਹੱਸਣ ਲੱਗਿਆ। ਮੈਂ ਕਿਹਾ, ਮੈਂ ਹੀ ਤੁਹਾਨੂੰ ਮਿਲਿਆ ਸੀ ਮਜ਼ਾਕ ਕਰਨ ਦੇ ਲਈ, ਤੁਸੀਂ ਕੀ ਮਜ਼ਾਕ ਕਰ ਰਹੇ ਹੋ? ਉਸਨੇ ਕਿਹਾ ਕਿ ਇਹ ਮਜ਼ਾਕ ਨਹੀਂ ਹੈ, ਇਹ ਤੁਹਾਡਾ ਬੱਚਾ ਹੈ। ਮੈਂ ਕਿਹਾ, ਅਜਿਹਾ ਹੋ ਹੀ ਨਹੀਂ ਸਕਦਾ। ਉਸਨੇ ਕਿਹਾ, ਮੈਂ ਮਜ਼ਾਕ ਨਹੀਂ ਕਰ ਰਹੀ ਹਾਂ, ਮੈਨੂੰ ਪਤਾ ਹੈ ਇਹ ਤੁਹਾਡਾ ਬੱਚਾ ਹੈ। ਜਦੋਂ ਉਸਨੇ ਬਹੁਤ ਹੀ ਜ਼ਿਆਦਾ ਸੀਰੀਅਸ ਹੋ ਕੇ ਕਿਹਾ ਤਾਂ ਮੈਂ ਕਿਹਾ ਕਿ ਤੁਸੀਂ ਹੋ ਕੌਣ? ਤੁਹਾਡੇ ਔਕਾਤ ਕੀ ਹੈ? ਮੈਨੂੰ ਪਾਗਲ ਬਣਾਉਣਾ ਚਾਹੁੰਦੀ ਹੈ? ਤੁਸੀਂ ਦੇਖ ਲਿਆ ਕਿ ਇੱਕ ਚੰਗਾ ਅਮੀਰ ਆਦਮੀ ਹੈ ਤਾਂ ਕਿਉਂ ਨਾ ਇਸ ਨੂੰ ਬੱਚੇ ਦੀ ਗੱਲ ਤੇ ਬਲੈਕਮੇਲ ਕੀਤਾ ਜਾਵੇ ਕਿ ਮੇਰੇ ਪੇਟ ਦੇ ਵਿੱਚ ਤੁਹਾਡਾ ਬੱਚਾ ਹੈ ਅਤੇ ਇਸ ਦੇ ਲਈ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂ ਜਾਂ ਫਿਰ ਕੁਝ ਹੋਰ ਜੋ ਤੁਸੀਂ ਆਪਣੀ ਗੱਲ ਮੇਰੇ ਤੋਂ ਮਨਵਾ ਸਕੋ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਕਿੰਨਾ ਪਾਗਲ ਹਾਂ? ਨਹੀਂ ਜੀ, ਇੰਨਾ ਦਿਮਾਗ ਖਰਾਬ ਨਹੀਂ ਹੈ ਮੇਰਾ। ਜੇਕਰ ਮੈਂ ਇੱਥੇ ਆਉਂਦਾ ਸੀ ਤਾਂ ਤੁਹਾਨੂੰ ਪੈਸੇ ਵੀ ਦਿੰਦਾ ਸੀ, ਤੁਹਾਡੇ ਲਈ ਤੋਹਫੇ ਵੀ ਲੈ ਕੇ ਆਉਂਦਾ ਸੀ। ਕੋਈ ਅਹਿਸਾਨ ਨਹੀਂ ਕੀਤਾ ਤੁਸੀਂ ਮੇਰੇ ਲਈ, ਨਾ ਹੀ ਮੈਂ ਤੁਹਾਡੇ ਤੇ ਅੱਜ ਤੋਂ ਬਾਅਦ ਤੁਹਾਡਾ ਅਤੇ ਮੇਰਾ ਜੋ ਵੀ ਸੰਬੰਧ ਸੀ ਉਹ ਖਤਮ। ਮੈਂ ਦੁਬਾਰਾ ਇੱਥੇ ਕਦੇ ਨਹੀਂ ਆਵਾਂਗਾ। ਉਹ ਚੀਕਣ ਲੱਗੀ ਕਿ ਇਹ ਬੱਚਾ ਤੁਹਾਡਾ ਹੈ, ਮੈਂ ਇਸ ਦੀ ਜਾਨ ਨਹੀਂ ਲਵਾਂਗੀ, ਨਹੀਂ ਤਾਂ ਮੈਨੂੰ ਪਾਪ ਲੱਗੇਗਾ। ਤੁਸੀਂ ਦੱਸੋ ਕਿ ਇਸ ਦਾ ਕੀ ਕਰਨਾ ਹੈ? ਮੈਂ ਕਿਹਾ ਕਿ ਇਹ ਮੇਰਾ ਬੱਚਾ ਨਹੀਂ ਹੈ, ਇਸ ਦਾ ਜੋ ਵੀ ਕਰਨਾ ਹੈ ਕਰੋ। ਤੁਸੀਂ ਝੂਠ ਬੋਲ ਰਹੇ ਹੋ, ਮੈਨੂੰ ਫਸਾ ਰਹੀ ਹੋ। ਸਹੀ ਕਹਿੰਦੇ ਹਨ ਕਿ ਕੋਠੇ ਵਾਲੀਆਂ ਇਸੇ ਤਰ੍ਹਾਂ ਹੀ ਲੋਕਾਂ ਨੂੰ ਫਸਾਉਂਦੀਆਂ ਹਨ, ਉਸ ਦੀ ਆਖਰੀ ਕਮਾਈ ਤੱਕ ਕਢਵਾ ਲੈਂਦੀਆਂ ਹਨ। ਪਰ ਮੈਂ ਇੰਨਾ ਬੇਵਕੂਫ ਨਹੀਂ ਹਾਂ ਕਿ ਮੈਂ ਤੁਹਾਡੇ ਅੱਗੇ ਬੇਵਕੂਫ ਬਣ ਜਾਵਾਂ। ਤੁਸੀਂ ਵੱਡੇ ਵੱਡੇ ਲੋਕਾਂ ਨੂੰ ਬੇਵਕੂਫ ਬਣਾ ਕੇ ਬਰਬਾਦ ਕੀਤਾ ਹੋਵੇਗਾ, ਪਰ ਮੈਂ ਉਹਨਾਂ ਦੇ ਵਿੱਚੋਂ ਨਹੀਂ ਹਾਂ। ਮੈਂ ਸਿਰ ਚੱਕ ਕੇ ਕਿਹਾ ਅਤੇ ਉੱਥੋਂ ਨਿਕਲ ਗਿਆ। ਉਹ ਬੋਲਦੀ ਰਹਿ ਗਈ ਕਿ ਅਜਿਹਾ ਕੁਝ ਨਹੀਂ ਹੈ, ਪਰ ਮੈਂ ਉਸ ਦੀ ਗੱਲ ਤੇ ਯਕੀਨ ਨਹੀਂ ਕੀਤਾ। ਮੈਂ ਸੋਚ ਲਿਆ ਸੀ ਕਿ ਕਦੇ ਮੈਂ ਦੁਬਾਰਾ ਉਸ ਦੇ ਕੋਲ ਨਹੀਂ ਜਾਵਾਂਗਾ। ਉਹ ਤਾਂ ਮੈਨੂੰ ਪਾਗਲ ਬਣਾ ਰਹੀ ਸੀ। ਅਜਿਹੀ ਥਾਂ ਤੇ ਰਹਿਣ ਵਾਲੀ ਔਰਤ ਦਾ ਕੀ ਭਰੋਸਾ? ਪਤਾ ਨਹੀਂ ਕਿਸ ਦੇ ਬੱਚੇ ਨੂੰ ਮੇਰਾ ਨਾਮ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਜੋ ਕਹੇਗੀ ਉਹ ਮੈਂ ਮੰਨ ਲਵਾਂਗਾ। ਉਹ ਖੁਦ ਕਹਿ ਰਹੀ ਸੀ ਕਿ ਅਸੀਂ ਲੋਕਾਂ ਨੂੰ ਝੂਠ ਬੋਲਦੇ ਹਾਂ, ਸਾਡੇ ਕੋਲ ਦਿਲ ਨਹੀਂ ਹੁੰਦਾ, ਸਾਨੂੰ ਸਿਰਫ ਪੈਸਿਆਂ ਦੇ ਨਾਲ ਮਤਲਬ ਹੁੰਦਾ ਹੈ। ਅਤੇ ਫਿਰ ਅਚਾਨਕ ਤੋਂ ਬਹੁਤ ਸੱਚੀ ਸਵਿਤਰੀ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਜ਼ਾਹਿਰ ਹੈ ਕਿ ਝੂਠ ਬੋਲ ਰਹੀ ਸੀ। ਅਜਿਹੀ ਔਰਤ ਦੀ ਥਾਂ ਤੇ ਮੇਰੀ ਥਾਂ ਕੋਈ ਵੀ ਹੁੰਦਾ ਤਾਂ ਉਸ ਤੇ ਕੋਈ ਯਕੀਨ ਨਹੀਂ ਕਰਦਾ। ਮੈਂ ਕੋਈ ਪਾਗਲ ਨਹੀਂ ਸੀ, ਪਰ ਮੈਨੂੰ ਉਸ ਦੇ ਨਾਲ ਕੋਈ ਪਿਆਰ ਵੀ ਨਹੀਂ ਸੀ। ਇਹ ਸਭ ਕੁਝ ਤਾਂ ਟਾਈਮ ਪਾਸ ਸੀ। ਮੈਂ ਉਸੇ ਸਮੇਂ ਹੀ ਉੱਥੋਂ ਨਿਕਲ ਗਿਆ ਅਤੇ 1 ਮਹੀਨੇ ਦੇ ਲਈ ਸਲੋਨੀ ਦੇ ਕੋਲ ਨਹੀਂ ਗਿਆ। ਇਸ ਵਿਚਕਾਰ ਹੀ ਮੇਰੀ ਮਾਂ ਨੇ ਮੇਰੇ ਲਈ ਇੱਕ ਰਿਸ਼ਤਾ ਦੇਖਿਆ ਜੋ ਬਹੁਤ ਅਮੀਰ ਘਰ ਦੀ ਬੇਟੀ ਸੀ। ਜਦੋਂ ਮੈਂ ਉਸ ਲੜਕੀ ਦੀ ਫੋਟੋ ਦੇਖੀ ਤਾਂ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਕਿਉਂਕਿ ਉਹ ਬਹੁਤ ਸੁੰਦਰ ਲੱਗ ਰਹੀ ਸੀ। ਮੇਰੀ ਮਾਂ ਮੈਨੂੰ ਦੱਸ ਰਹੀ ਸੀ ਕਿ ਤੇਰੇ ਸੱਸ ਸਹੁਰਾ ਕਹਿ ਰਹੇ ਸਨ ਕਿ ਉਹਨਾਂ ਦੀ ਬੇਟੀ ਗਊ ਵਰਗੀ ਹੈ, ਬਹੁਤ ਹੀ ਸਿੰਪਲ ਅਤੇ ਬਾਕੀ ਲੜਕੀਆਂ ਤੋਂ ਬਹੁਤ ਹੀ ਅਲੱਗ ਹੈ। ਸਾਡੇ ਘਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਮੈਂ ਇਸ ਗੱਲ ਤੇ ਬਹੁਤ ਖੁਸ਼ ਹੋ ਗਿਆ। ਮੈਨੂੰ ਉਹ ਗੱਲ ਯਾਦ ਆ ਗਈ ਕਿ ਚੰਗੇ ਮਰਦਾਂ ਦੇ ਲਈ ਚੰਗੀਆਂ ਔਰਤਾਂ ਅਤੇ ਬੁਰੇ ਮਰਦਾਂ ਦੇ ਲਈ ਬੁਰੀਆਂ ਔਰਤਾਂ, ਪਰ ਮੇਰੇ ਹਿੱਸੇ ਤਾਂ ਬਹੁਤ ਚੰਗੀ ਔਰਤ ਆ ਰਹੀ ਸੀ। ਇਸ ਦਾ ਮਤਲਬ ਮੈਂ ਕੁਝ ਨਹੀਂ ਕੀਤਾ ਸੀ। ਪਰਮਾਤਮਾ ਮੇਰੇ ਤੋਂ ਨਾਰਾਜ਼ ਨਹੀਂ ਸੀ। ਜੇਕਰ ਮੇਰੇ ਤੋਂ ਨਾਰਾਜ਼ ਹੁੰਦਾ ਤਾਂ ਮੇਰੇ ਲਈ ਇੰਨਾ ਚੰਗੀ ਔਰਤ ਨਾ ਮਿਲਦੀ। ਕਿਸੇ ਚੀਜ਼ ਦੀ ਵੀ ਕਮੀ ਨਹੀਂ ਸੀ, ਸਭ ਕੁਝ ਬਿਲਕੁਲ ਠੀਕ ਸੀ। ਮੇਰਾ ਵਿਆਹ ਸ਼ਹਿਰ ਦੇ ਵੱਡੇ ਵਿਆਹਾਂ ਦੇ ਵਿੱਚੋਂ ਸੀ ਕਿਉਂਕਿ ਉਸ ਦੇ ਪਿਓ ਦਾ ਬਹੁਤ ਨਾਮ ਸੀ। ਸਾਰੇ ਇੰਨਾ ਜਾਣਨਾ ਚਾਹੁੰਦੇ ਸਨ ਕਿ ਕੀ ਬਿਜ਼ਨਸਮੈਨ ਰਣਜੀਤ ਰਾਏ ਦੀ ਬੇਟੀ ਦਾ ਵਿਆਹ ਹੋ ਰਿਹਾ ਹੈ। ਕੋਈ ਆਮ ਗੱਲ ਨਹੀਂ। ਉਸ ਨੇ ਵਿਆਹ ਵਾਲਾ ਜੋੜਾ ਪਾਇਆ ਹੋਇਆ ਸੀ, ਪਰ ਉਸ ਦੇ ਉੱਪਰੋਂ ਇੱਕ ਲੰਬਾ ਸਾਰਾ ਗਾਊਨ ਪਾਇਆ ਹੋਇਆ ਸੀ। ਉਹ ਚਾਹੁੰਦੀ ਸੀ ਕਿ ਮੈਂ ਨਹੀਂ ਚਾਹੁੰਦੀ ਕਿ ਲੋਕ ਮੇਰੇ ਸਰੀਰ ਨੂੰ ਦੇਖਣ, ਇਸ ਕਰਕੇ ਉਸਨੇ ਅਜਿਹਾ ਕੀਤਾ ਸੀ। ਮੈਂ ਬਹੁਤ ਜ਼ਿਆਦਾ ਖੁਸ਼ ਸੀ। ਮੇਰੇ ਵਿਆਹ ਦੀ ਖਬਰ ਮੈਂ ਸਲੋਨੀ ਤੱਕ ਵੀ ਪਹੁੰਚਾ ਦਿੱਤੀ ਸੀ ਤਾਂ ਕਿ ਜੇਕਰ ਉਸ ਦੇ ਦਿਲ ਦੇ ਵਿੱਚ ਕੋਈ ਗੱਲ ਹੋਵੇ ਤਾਂ ਨਿਕਲ ਜਾਵੇ ਅਤੇ ਉਸ ਨੂੰ ਪਤਾ ਲੱਗੇ ਕਿ ਮੇਰਾ ਵਿਆਹ ਕਿੱਥੇ ਹੋ ਰਿਹਾ ਹੈ। ਮੈਂ ਉਸ ਨੂੰ ਆਪਣਾ ਦੁਸ਼ਮਣ ਸਮਝ ਰਿਹਾ ਸੀ। ਮੈਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਨੂੰ ਸਾਡੇ ਨਵੇਂ ਘਰ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਉਸ ਦੇ ਪਿਓ ਨੇ ਦਹੇਜ ਦੇ ਵਿੱਚ ਇੱਕ ਘਰ ਦਿੱਤਾ ਸੀ ਜਿੱਥੇ ਪਹਿਲਾਂ ਤੋਂ ਹੀ ਸਾਰਾ ਘਰ ਸਜਾਇਆ ਜਾ ਚੁੱਕਿਆ ਸੀ। ਮੈਂ ਤਾਂ ਇਸ ਕਾਬਲ ਵੀ ਨਹੀਂ ਸੀ ਕਿ ਇਸ ਘਰ ਦੇ ਵਿੱਚ ਲੱਗਿਆ ਹੋਇਆ ਇੱਕ ਏਸੀ ਵੀ ਖਰੀਦ ਸਕਾਂ। ਇਸ ਘਰ ਦੇ ਵਿੱਚ ਕੀ ਕੁਝ ਨਹੀਂ ਸੀ, ਜੇਕਰ ਮੈਂ ਦੱਸਣ ਬੈਠਦਾ ਤਾਂ ਰਾਤ ਹੋ ਜਾਂਦੀ। ਇੰਨੀਆਂ ਸਾਰੀਆਂ ਚੀਜ਼ਾਂ ਸਨ। ਇੱਥੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਲਈ ਇਸ ਦੁਨੀਆ ਦੇ ਵਿੱਚ ਹੀ ਜੰਨਤ ਬਣਾ ਦਿੱਤੀ ਗਈ ਹੈ। ਅਸੀਂ ਲੋਕ ਇੱਥੇ ਹੀ ਰਹਿਣ ਵਾਲੇ ਸੀ। ਸਾਰੇ ਲੋਕਾਂ ਨੇ ਸਾਨੂੰ ਇੱਥੇ ਹੀ ਅਲਵਿਦਾ ਕੀਤਾ ਅਤੇ ਵਾਪਸ ਚਲੇ ਗਏ ਕਿਉਂਕਿ ਹੁਣ ਸਾਡਾ ਆਪਣਾ ਘਰ ਸੀ। ਦੁਲਹਨ ਨੂੰ ਕਮਰੇ ਦੇ ਵਿੱਚ ਬਿਠਾ ਦਿੱਤਾ ਗਿਆ ਸੀ। ਮੈਂ ਕਮਰੇ ਦੇ ਵਿੱਚ ਜਾਣ ਤੋਂ ਪਹਿਲਾਂ ਸਾਰੇ ਘਰ ਨੂੰ ਦੇਖ ਰਿਹਾ ਸੀ ਅਤੇ ਮਾਣ ਮਹਿਸੂਸ ਕਰ ਰਿਹਾ ਸੀ। ਇੰਨਾ ਹੀ ਨਹੀਂ, ਮੇਰੇ ਨਾਮ ਤੇ ਇੱਕ ਖਾਤਾ ਵੀ ਖੋਲ੍ਹਿਆ ਗਿਆ ਸੀ ਜਿਸ ਦੇ ਵਿੱਚ ਲੱਖਾਂ ਰੁਪਏ ਪਾ ਦਿੱਤੇ ਗਏ ਸਨ ਅਤੇ ਕਿਹਾ ਗਿਆ ਸੀ ਕਿ ਹਰ ਮਹੀਨੇ ਪੈਸੇ ਆਉਂਦੇ ਰਹਿਣਗੇ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਨੂੰ ਅਸੀਂ ਆਪਣੇ ਨਾਲ
ਨਾਲ ਹੀ ਸੈੱਟ ਕਰ ਲਵਾਂਗੇ, ਪਰ ਫਿਲਹਾਲ ਤੁਸੀਂ ਸਾਡੀ ਬੇਟੀ ਨੂੰ ਖੁਸ਼ ਰੱਖਣਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਬੇਟੀ ਖੁਸ਼ ਰਹੇ, ਉਸਦੇ ਚਿਹਰੇ ਤੇ ਮੁਸਕਾਨ ਰਹੇ। ਇਸ ਤੋਂ ਇਲਾਵਾ ਸਾਡਾ ਹਨੀਮੂਨ ਸਿਰਫ 1-2 ਜਗ੍ਹਾ ਤੇ ਜਾਣ ਦੇ ਲਈ ਨਹੀਂ ਸੀ, ਅਸੀਂ ਸਾਰੀ ਦੁਨੀਆ ਦਾ ਟੂਰ ਕੱਢਣਾ ਸੀ ਅਤੇ ਹੁਣੇ ਤੋਂ ਹੀ ਟਿਕਟਾਂ ਵੀ ਬੁੱਕ ਹੋ ਚੁੱਕੀਆਂ ਸਨ। ਮੈਂ ਆਪਣੀ ਪਤਨੀ ਦੇ ਮੂੰਹ ਦਿਖਾਈ ਦੇ ਲਈ ਜੋ ਤੋਹਫਾ ਲਿਆ ਸੀ ਉਸ ਦੇ ਲਈ ਵੀ ਪੈਸੇ ਮੈਨੂੰ ਮੇਰੇ ਸਹੁਰੇ ਨੇ ਦਿੱਤੇ ਸਨ ਅਤੇ ਕਿਹਾ ਸੀ ਕਿ ਆਪਣੀ ਪਤਨੀ ਨੂੰ ਨਾ ਦੱਸੀ, ਉਹ ਤਾਂ ਹੁਣ ਤੋਂ ਹੀ ਮੇਰੀ ਇੱਜ਼ਤ ਰੱਖ ਰਹੇ ਸਨ। ਮੈਂ ਕਮਰੇ ਦੇ ਵਿੱਚ ਦਾਖਲ ਹੋਇਆ ਅਤੇ ਤੋਹਫਾ ਉਸਦੇ ਕੋਲ ਰੱਖ ਦਿੱਤਾ। ਉਹ ਘੁੰਡ ਕੱਢ ਕੇ ਬੈਠੀ ਸੀ। ਮੈਂ ਉਸਨੂੰ ਤੋਹਫਾ ਦਿੱਤਾ ਅਤੇ ਉਸ ਦਾ ਘੁੰਡ ਚੱਕਿਆ, ਪਰ ਜਿਵੇਂ ਹੀ ਮੇਰੀ ਨਿਗਾਹ ਉਸ ਤੇ ਪਈ ਮੈਂ ਹੈਰਾਨ ਹੋ ਗਿਆ। ਉਸਦਾ ਪੇਟ ਬਾਹਰ ਨਿਕਲਿਆ ਹੋਇਆ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ 5 ਮਹੀਨਿਆਂ ਦੀ ਪ੍ਰੈਗਨੈਂਟ ਹੋਵੇ। ਮੈਂ ਕਿਹਾ ਕਿ ਕੀ ਤੁਸੀਂ ਮਾਂ ਬਣਨ ਵਾਲੇ ਹੋ? ਤਾਂ ਉਹ ਹੈਰਾਨ ਰਹਿ ਗਈ। ਉਸਨੇ ਕਿਹਾ, ਨਹੀਂ ਅਜਿਹੀ ਗੱਲ ਨਹੀਂ ਹੈ, ਆਓ ਮੇਰੇ ਨਾਲ। ਉਸਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਕਿਤੇ ਲੈ ਕੇ ਜਾਣ ਲੱਗੀ। ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਕਿੱਥੇ ਲੈ ਕੇ ਜਾ ਰਹੀ ਹੈ। ਉਹ ਮੈਨੂੰ ਇੱਕ ਕਮਰੇ ਦੇ ਵਿੱਚ ਲੈ ਗਈ ਜਿੱਥੇ ਇੱਕ ਛੋਟੀ ਜਿਹੀ ਬੱਚੀ ਸੌਂ ਰਹੀ ਸੀ, ਜਿਸ ਦੀ ਉਮਰ ਸ਼ਾਇਦ 8-9 ਮਹੀਨੇ ਹੀ ਲੱਗਦੀ ਸੀ। ਮੈਂ ਕਿਹਾ ਕਿ ਇਹ ਕੌਣ ਹੈ, ਇਹ ਕਿੱਥੋਂ ਆਈ ਹੈ? ਉਸਨੇ ਕਿਹਾ ਕਿ ਇਹ ਮੇਰੀ ਬੇਟੀ ਹੈ। ਮੈਂ ਹੈਰਾਨ ਹੋ ਗਿਆ। ਮੈਂ ਕਿਹਾ, ਤੁਹਾਡੀ ਬੇਟੀ? ਕੀ ਤੁਹਾਡਾ ਪਹਿਲਾ ਵਿਆਹ ਹੋ ਗਿਆ ਸੀ? ਉਸਨੇ ਕਿਹਾ, ਨਹੀਂ, ਮੇਰਾ ਵਿਆਹ ਨਹੀਂ ਹੋਇਆ ਸੀ। ਮੈਂ ਕਿਸੇ ਲੜਕੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਅਸੀਂ ਹਰ ਇੱਕ ਹੱਦ ਪਾਰ ਕਰ ਚੁੱਕੇ ਸੀ, ਪਰ ਉਸਨੇ ਮੇਰੇ ਨਾਲ ਵਿਆਹ ਨਹੀਂ ਕੀਤਾ, ਮੈਨੂੰ ਧੋਖਾ ਦੇ ਦਿੱਤਾ। ਮੈਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਬੱਚੀ ਨੂੰ ਪੈਦਾ ਕੀਤਾ। ਫਿਰ ਮੇਰੇ ਮਾਤਾ ਪਿਤਾ ਨੇ ਕਿਹਾ ਕਿ ਉਹ ਮੇਰਾ ਵਿਆਹ ਇੱਕ ਬਹੁਤ ਹੀ ਚੰਗੇ ਅਤੇ ਖੂਬਸੂਰਤ ਲੜਕੇ ਦੇ ਨਾਲ ਕਰਵਾਉਣਗੇ ਅਤੇ ਉਹਨਾਂ ਨੇ ਮੇਰਾ ਵਿਆਹ ਤੁਹਾਡੇ ਨਾਲ ਕਰਵਾ ਦਿੱਤਾ। ਮੈਂ ਕਿਹਾ, ਪਰ ਮੈਨੂੰ ਇਸ ਲੜਕੀ ਦੇ ਬਾਰੇ ਕੁਝ ਨਹੀਂ ਦੱਸਿਆ ਗਿਆ। ਇਹ ਕੀ ਕਹਿ ਰਹੇ ਹੋ ਤੁਸੀਂ? ਮੈਂ ਘਬਰਾ ਗਿਆ ਕਿਉਂਕਿ ਮੈਂ ਇਸ ਸਭ ਦੇ ਲਈ ਤਿਆਰ ਨਹੀਂ ਸੀ। ਉਹ ਇਸ ਕਰਕੇ ਆਪਣੇ ਆਪ ਨੂੰ ਲੁਕੋ ਰਹੀ ਸੀ ਕਿਉਂਕਿ ਅਜੇ ਵੀ ਉਸ ਦਾ ਪੇਟ ਬਾਹਰ ਨਿਕਲਿਆ ਹੋਇਆ ਸੀ। ਇਸ ਦਾ ਮਤਲਬ ਉਸਨੇ ਹੁਣੇ ਜੋ ਬੱਚੀ ਪੈਦਾ ਕੀਤੀ ਸੀ, ਹੁਣ ਪਤਾ ਲੱਗਦਾ ਸੀ ਕਿ ਉਹ ਬੱਚੇ ਦੀ ਮਾਂ ਹੈ। ਇਸ ਕਰਕੇ ਤਾਂ ਉਹ ਮੋਟੀ ਲੱਗ ਰਹੀ ਸੀ। ਮੈਂ ਇਹ ਜਾਣ ਕੇ ਘਬਰਾ ਗਿਆ। ਮੈਂ ਕਿਹਾ, ਮੈਂ ਕੀ ਕਰਾਂ? ਮੈਂ ਆਪਣੇ ਸਹੁਰੇ ਨੂੰ ਕਾਲ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਇੰਨਾ ਕੁਝ ਦੇ ਰਹੇ ਹਾਂ, ਤੁਸੀਂ ਇੱਕ ਬੱਚੀ ਨੂੰ ਨਹੀਂ ਸੰਭਾਲ ਸਕਦੇ ਹੋ ਅਤੇ ਵੈਸੇ ਵੀ ਹੁਣ ਸਾਡੀ ਬੇਟੀ ਤੁਹਾਡੀ ਪਤਨੀ ਹੈ। ਜੇਕਰ ਤੁਸੀਂ ਉਸ ਨੂੰ ਛੱਡੋਗੇ ਤਾਂ ਤੁਹਾਨੂੰ ਦਿੱਤੀਆਂ ਹੋਈਆਂ ਸਾਰੀਆਂ ਚੀਜ਼ਾਂ ਵੀ ਵਾਪਸ ਲੈ ਲਈਆਂ ਜਾਣਗੀਆਂ। ਮੈਂ ਤਾਂ ਬੁਰੀ ਤਰ੍ਹਾਂ ਫਸ ਗਿਆ ਸੀ। ਇਸ ਕਰਕੇ ਇਹ ਲੋਕ ਸਾਨੂੰ ਇੰਨਾ ਕੁਝ ਦੇ ਰਹੇ ਸਨ ਕਿਉਂਕਿ ਇਹ ਆਪਣਾ ਖੋਟਾ ਸਿੱਕਾ ਚਲਾ ਰਹੇ ਸਨ। ਭਗਵਾਨ ਦਾ ਵਾਅਦਾ ਝੂਠ ਨਹੀਂ ਹੁੰਦਾ ਹੈ। ਉਹ ਕਹਿੰਦੇ ਹਨ ਨਾ ਕਿ ਬੰਦਾ ਜਿਸ ਤਰ੍ਹਾਂ ਕਰਦਾ ਹੈ ਉਹ ਉਸ ਤਰ੍ਹਾਂ ਹੀ ਭਰਦਾ ਹੈ। ਤਾਂ ਮੇਰੇ ਨਾਲ ਵੀ ਉਸ ਤਰ੍ਹਾਂ ਹੀ ਹੋਇਆ ਸੀ ਜਿਸ ਤਰ੍ਹਾਂ ਦਾ ਮੈਂ ਸੀ। ਹੁਣ ਮੈਨੂੰ ਸਲੋਨੀ ਦੀ ਗੱਲ ਯਾਦ ਆਉਣ ਲੱਗੀ। ਕਿਤੇ ਸੱਚਮੁੱਚ ਤਾਂ ਨਹੀਂ ਉਹ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ, ਪਰ ਮੈਂ ਅਜਿਹਾ ਉਲਝਿਆ ਕਿ ਮੈਂ ਆਪਣੇ ਆਪ ਨੂੰ ਸੰਭਾਲ ਹੀ ਨਹੀਂ ਸਕਿਆ। ਬਾਰ-ਬਾਰ ਰਸਮਾਂ ਹੋਣ ਲੱਗੀਆਂ। ਅਸੀਂ ਲੋਕ ਹਨੀਮੂਨ ਤੇ ਵੀ ਗਏ। ਉਹ ਸਭ ਕੁਝ ਜੋ ਮੈਂ ਚਾਹੁੰਦਾ ਸੀ ਉਹ ਹੋ ਰਿਹਾ ਸੀ, ਪਰ ਮੈਂ ਖੁਸ਼ ਨਹੀਂ ਸੀ। ਉਹ ਬੱਚੀ ਵੀ ਸਾਡੇ ਨਾਲ ਸੀ। ਉਹਨਾਂ ਨੇ ਕਿਹਾ ਕਿ ਇਸ ਬੱਚੀ ਨੂੰ ਤੁਸੀਂ ਹੀ ਪਾਲਣਾ ਹੈ ਅਤੇ ਆਪਣਾ ਨਾਮ ਦੇਣਾ ਹੈ। ਇਹ ਮੇਰੀ ਪਤਨੀ ਦੀ ਨਜਾਇਜ਼ ਔਲਾਦ ਸੀ। ਇਹ ਮੈਂ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਮੈਨੂੰ ਅਜਿਹੀ ਪਤਨੀ ਚਾਹੀਦੀ ਸੀ। ਮੇਰੀ ਮਾਂ ਵੀ ਚੁੱਪ ਹੋ ਗਈ ਕਿਉਂਕਿ ਮੇਰੀ ਮਾਂ ਨੇ ਹੀ ਮੈਨੂੰ ਇੱਥੇ ਫਸਾਇਆ ਸੀ। ਮੇਰੀ ਮਾਂ ਨੇ ਸਿਰਫ ਦੌਲਤ ਦੇਖੀ ਸੀ, ਇਹ ਨਹੀਂ ਦੇਖਿਆ ਕਿ ਲੜਕੀ ਦਾ ਚਰਿੱਤਰ ਕਿਸ ਤਰ੍ਹਾਂ ਦਾ ਹੈ। ਮੇਰੇ ਦਿਮਾਗ ਦੇ ਵਿੱਚ ਉਲਟੇ ਸਿੱਧੇ ਖਿਆਲ ਆਉਂਦੇ ਰਹਿੰਦੇ ਸਨ। ਆਪਣੀ ਪਤਨੀ ਤੇ ਗੁੱਸਾ ਆਉਂਦਾ ਸੀ। ਉਹ ਮੇਰੇ ਤੇ ਹੁਕਮ ਚਲਾਉਂਦੀ ਸੀ। ਉਸਦੇ ਮਾਤਾ ਪਿਤਾ ਵੀ ਮੇਰੇ ਤੇ ਹੁਕਮ ਚਲਾਉਂਦੇ ਸਨ ਜਿਵੇਂ ਉਹਨਾਂ ਨੇ ਮੈਨੂੰ ਖਰੀਦ ਲਿਆ ਸੀ। ਉਸ ਦੇ ਪਿਓ ਨੇ ਤਾਂ ਇੱਕ ਵਾਰ ਕਹਿ ਵੀ ਦਿੱਤਾ ਸੀ ਕਿ ਇੰਨਾ ਸਭ ਕੁਝ ਤੁਹਾਡੇ ਲਈ ਕੀਤਾ ਹੈ, ਤੁਸੀਂ ਸਾਡੀ ਗੱਲ ਨਹੀਂ ਮੰਨ ਸਕਦੇ ਹੋ। ਮੇਰੀ ਮਾਂ ਨੇ ਮੈਨੂੰ ਬਹੁਤ ਬੁਰੀ ਥਾਂ ਤੇ ਫਸਾ ਦਿੱਤਾ ਸੀ। ਮੈਨੂੰ ਪਤਾ ਨਹੀਂ ਕਿਸ ਜਨਮ ਦੀ ਸਜ਼ਾ ਮਿਲ ਰਹੀ ਸੀ। ਸਾਡੇ ਵਿਆਹ ਨੂੰ 1 ਸਾਲ ਹੋ ਗਿਆ ਜਦੋਂ ਅਚਾਨਕ ਸਲੋਨੀ ਮੇਰੇ ਸਾਹਮਣੇ ਆਈ। ਮੈਂ ਉਸਨੂੰ ਬਹੁਤ ਬੁਰੀ ਹਾਲਤ ਦੇ ਵਿੱਚ ਦੇਖਿਆ। ਮੈਂ ਉਸਨੂੰ ਮਿਲਣ ਦੇ ਲਈ ਚਲਾ ਗਿਆ। ਸੋਚਿਆ ਕਿ ਮੈਂ ਉਸਨੂੰ ਕੁਝ ਪੈਸੇ ਦੇ ਦਿਆਂਗਾ। ਜਦੋਂ ਮੈਂ ਉੱਥੇ ਗਿਆ ਤਾਂ ਉਸਨੇ ਮੈਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਪਰ ਫਿਰ ਮੈਂ ਜਦੋਂ ਜਿੱਦ ਕੀਤੀ ਤਾਂ ਉਹ ਮੰਨ ਗਈ। ਉਸਨੇ ਕਿਹਾ ਕਿ ਉਹ ਮੇਰੇ ਨਾਲ ਗੱਲ ਕਰੇਗੀ, ਉਹ ਵੀ ਸਿਰਫ 5 ਮਿੰਟ ਦੇ ਲਈ। ਉਹ ਮੇਰੇ ਵੱਲ ਦੇਖ ਵੀ ਨਹੀਂ ਰਹੀ ਸੀ। ਮੈਂ ਕਿਹਾ, ਜਿਸ ਔਲਾਦ ਦੇ ਬਾਰੇ ਤੁਸੀਂ ਕਿਹਾ ਸੀ ਉਹ ਕਿੱਥੇ ਹੈ? ਉਸਨੇ ਕਿਹਾ ਕਿ ਤੁਹਾਨੂੰ ਇਸ ਦੇ ਨਾਲ ਕੀ ਮਤਲਬ? ਮੈਂ ਕਿਹਾ ਕਿ ਮੈਨੂੰ ਦੱਸ ਦਿਓ ਕਿੱਥੇ ਹੈ ਕਿ ਮੇਰੀ ਬੇਟੀ ਪੈਦਾ ਹੋਈ ਹੈ। ਜੇਕਰ ਉਹ ਮੇਰੀ ਬੇਟੀ ਹੈ ਤਾਂ ਮੈਨੂੰ ਵਾਪਸ ਕਰ ਦਿਓ। ਮੈਂ ਉਸਨੂੰ ਇੱਥੇ ਨਹੀਂ ਛੱਡ ਸਕਦਾ। ਮੈਨੂੰ ਪਹਿਲਾਂ ਹੀ ਮੇਰੇ ਕੀਤੇ ਦੀ ਸਜ਼ਾ ਮਿਲ ਰਹੀ ਹੈ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਜੇਕਰ ਮੈਂ ਕਿਸੇ ਦੀ ਨਜਾਇਜ਼ ਔਲਾਦ ਨੂੰ ਪਾ ਸਕਦਾ ਸੀ ਤਾਂ ਮੈਨੂੰ ਪਤਾ ਸੀ ਕਿ ਉਹ ਮੇਰੀ ਹੀ ਔਲਾਦ ਸੀ। ਹੁਣ ਮੈਨੂੰ ਯਕੀਨ ਹੋ ਗਿਆ ਸੀ। ਉਸਨੇ ਕਿਹਾ ਕਿ ਬਹੁਤ ਦੇਰ ਕਰ ਦਿੱਤੀ ਤੁਸੀਂ। ਉਹ ਬੱਚੀ ਇਸ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਚਲੀ ਗਈ। ਉਹ ਤੁਹਾਡੀ ਬੇਟੀ ਹੀ ਸੀ, ਪਰ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ। ਉਸ ਨੂੰ
ਅਸੀਂ ਬਚਾ ਨਹੀਂ ਸਕੇ। ਮੈਂ ਕਿਹਾ ਤੁਸੀਂ ਝੂਠ ਬੋਲ ਰਹੇ ਹੋ, ਮੇਰੀ ਬੱਚੀ ਤੁਹਾਡੇ ਕੋਲ ਹੈ। ਪਰ ਉਸਨੇ ਮੈਨੂੰ ਦੱਸਿਆ ਕਿ ਮੇਰੀ ਬੇਟੀ ਨੂੰ ਕਿੱਥੇ ਦਫਨਾਇਆ ਗਿਆ ਹੈ। ਉਸਨੇ ਕਿਹਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਮੈਂ ਬਹੁਤ ਜ਼ਿਆਦਾ ਰੋਇਆ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਸਲੋਨੀ ਤੋਂ ਮਾਫੀ ਮੰਗੀ। ਉਸਨੇ ਕਿਹਾ ਕਿ ਮੇਰਾ ਬਹੁਤ ਲੋਕਾਂ ਨੇ ਦਿਲ ਦੁਖਾਇਆ, ਜਾਓ ਤੁਹਾਨੂੰ ਵੀ ਮੈਂ ਮਾਫ ਕਰ ਦਿੱਤਾ, ਰੱਬ ਦੇ ਸਾਹਮਣੇ ਤੁਹਾਡਾ ਨਾਮ ਵੀ ਨਹੀਂ ਲਵਾਂਗੀ। ਮੈਂ ਉੱਥੋਂ ਵਾਪਸ ਆ ਗਿਆ ਅਤੇ ਹੁਣ ਮੈਂ ਉਹੀ ਜ਼ਿੰਦਗੀ ਗੁਜ਼ਾਰ ਰਿਹਾ ਹਾਂ। ਮੈਨੂੰ ਪਤਾ ਹੈ ਕਿ ਇਹ ਮੇਰੀ ਸਾਰੀ ਜ਼ਿੰਦਗੀ ਦੀ ਸਜ਼ਾ ਹੈ। ਮੇਰੀ ਕੋਈ ਇੱਜ਼ਤ ਨਹੀਂ ਹੈ। ਮੈਂ ਮੇਰੇ ਸਹੁਰੇ ਦੇ ਵੱਲੋਂ ਉਹਨਾਂ ਦੀ ਬੇਟੀ ਦੇ ਲਈ ਖਰੀਦਿਆ ਹੋਇਆ ਇੱਕ ਖਿਡੌਣਾ ਹਾਂ। ਉਸ ਤੋਂ ਜ਼ਿਆਦਾ ਮੇਰੀ ਕੋਈ ਔਕਾਤ ਨਹੀਂ ਹੈ। ਉਹਨਾਂ ਸਾਰਿਆਂ ਦਾ ਜਦੋਂ ਦਿਲ ਕਰਦਾ ਹੈ ਉਹ ਮੇਰੀ ਬੇਇੱਜ਼ਤੀ ਕਰਦੇ ਹਨ। ਮੇਰੀ ਮਾਂ ਵੀ ਮੈਨੂੰ ਦੇਖਦੀ ਹੈ ਤਾਂ ਮੈਨੂੰ ਅਜੀਬ ਨਜ਼ਰਾਂ ਦੇ ਨਾਲ ਦੇਖਦੀ ਹੈ। ਉਹ ਕਹਿੰਦੇ ਹਨ ਕਿ ਸਾਡੀ ਬੇਟੀ ਨੂੰ ਛੱਡਣ ਦੇ ਬਾਰੇ ਸੋਚੀ ਵੀ ਨਾ। ਜੇਕਰ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਤਾਂ ਸਾਰਾ ਸਮਾਨ ਵਾਪਸ ਨਹੀਂ ਲਵਾਂਗੇ, ਤੈਨੂੰ ਇਸ ਦੁਨੀਆ ਤੋਂ ਵੀ ਭੇਜ ਦਿਆਂਗੇ। ਤੁਸੀਂ ਸਾਡੀ ਬੇਟੀ ਦੇ ਨਾਲ ਕੁਝ ਬੁਰਾ ਨਹੀਂ ਕਰ ਸਕਦੇ, ਉਸ ਦਾ ਦਿਲ ਨਹੀਂ ਦੁਖਾ ਸਕਦੇ। ਅਜਿਹਾ ਲੱਗਦਾ ਹੈ ਕਿ ਮੈਂ ਇਹ ਜ਼ਿੰਦਗੀ ਆਪਣੇ ਲਈ ਖੁਦ ਹੀ ਬਣਾ ਲਈ। ਇਸ ਤੋਂ ਤਾਂ ਚੰਗਾ ਸੀ ਕਿ ਮੈਂ ਸਲੋਨੀ ਦੇ ਨਾਲ ਹੀ ਵਿਆਹ ਕਰ ਲੈਂਦਾ ਅਤੇ ਆਪਣੀ ਸੰਤਾਨ ਨੂੰ ਬੈਠ ਕੇ ਪੜ੍ਹਾ ਲੈਂਦਾ। ਮੈਂ ਉਸ ਨੂੰ ਝੂਠ ਬੋਲਿਆ ਸੀ। ਮੈਨੂੰ ਪਤਾ ਸੀ ਕਿ ਉਹ ਮੇਰੀ ਹੀ ਸੰਤਾਨ ਹੈ। ਬੰਦੇ ਨੂੰ ਪਤਾ ਹੁੰਦਾ ਹੈ, ਪਰ ਉਸ ਸਮੇਂ ਮੈਂ ਘਬਰਾ ਗਿਆ ਸੀ, ਡਰ ਗਿਆ ਸੀ। ਪਰ ਹੁਣ ਮੇਰੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘਣ ਵਾਲੀ ਹੈ। ਮੈਂ ਹੁਣ ਕੁਝ ਵੀ ਨਹੀਂ ਕਰ ਸਕਦਾ। ਕਦੇ ਕਦੇ ਮੈਂ ਬਹੁਤ ਪਰੇਸ਼ਾਨ ਹੋ ਜਾਂਦਾ ਹਾਂ, ਸੋਚਦਾ ਹਾਂ ਕਿ ਸਲੋਨੀ ਦੇ ਕੋਲ ਚਲਾ ਜਾਵਾਂ। ਪੈਸਿਆਂ ਦੀ ਕੋਈ ਕਮੀ ਤਾਂ ਨਹੀਂ ਹੈ, ਪਰ ਹੁਣ ਉਹ ਮੈਨੂੰ ਉੱਥੇ ਨਹੀਂ ਆਉਣ ਦਿੰਦੀ। ਉਹ ਕਹਿੰਦੀ ਹੈ ਕਿ ਤੁਸੀਂ ਆਪਣੇ ਪੈਸੇ ਆਪਣੇ ਕੋਲ ਰੱਖੋ, ਪਰ ਮੈਂ ਤੁਹਾਡੀ ਸ਼ਕਲ ਨੂੰ ਨਹੀਂ ਦੇਖਣਾ ਚਾਹੁੰਦੀ ਹਾਂ। ਇੱਕ ਉਹੀ ਸੀ ਮੇਰੀ ਜ਼ਿੰਦਗੀ ਦੇ ਵਿੱਚ ਜਿਸ ਦੇ ਕੋਲ ਜਾ ਕੇ ਮੈਂ ਥੋੜਾ ਖੁਸ਼ ਰਹਿੰਦਾ ਸੀ, ਪਰ ਹੁਣ ਉਹ ਮੈਨੂੰ ਇਹ ਮੌਕਾ ਵੀ ਨਹੀਂ ਦਿੰਦੀ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ, ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।